ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਚੰਦ ਆਸਾ ਰਾਗ ਸਮੇਂ ਕੋ ਲਖ ਕਰ। ਗਾਇਓ ਸ਼ਬਦ ਪ੍ਰੇਮ ਪ੍ਰਭ ਨਾਲ। ਦੁਤੀ ਬਿਲਾਵਲ ਮੰਗਲ ਸੂਚਕ। ਸ਼ਬਦ ਬਨਾਇਓ ਆਨੰਦ ਬਿਸਾਲ। ਉਤਸਵ ਇਮ ਹੋਵਤ ਸ਼ੁਭ ਹਰਕਤ। ਪਈ ਪ੍ਰਭਾਤ ਉਦਿਓ ਅੰਸੁਮਾਲ। ਗ੍ਰਾਮ ਸਮਸਤ ਬਿਖੇ ਸੁਧ ਸੁਖ ਦਾ। ਪਨੇ ਸੁਨੇ ਆਵੇਂ ਤਤਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ। ਹਾਜ਼ਰਾਂ ਹਜੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ। ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਨਤਮਸਤਕ ਹੋ ਕੇ ਇਕੱਤਰ ਹੋ ਕੇ ਆਪਣੇ ਜੀਵਨ ਦਾ ਕੁਝ ਸਮਾਂ ਗੁਰੂ ਲੇਖੇ ਲਾ ਕੇ ਸਮੇਂ ਦਾ ਸੰਪੂਰਨ ਰੂਪ ਵਿੱਚ ਪੂਰਨ ਤੌਰ ਤੇ ਜੋ ਸੱਚਾ ਲਾਹਾ ਹੈ ਉਹ ਪ੍ਰਾਪਤ ਕਰ ਰਹੇ ਹੋ।
ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸ ਦੀ ਕਥਾ ਕਥਨ ਕਰਨ ਔਰ ਸਰਵਣ ਕਰਨ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਇਹ ਪਰਮੇਸ਼ਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ। ਪਰਮੇਸ਼ਰ ਦੀ ਕਥਾ, ਅਕਾਲ ਪੁਰਖ ਦੀ ਕਥਾ ਸਭ ਤੋਂ ਉੱਤਮ ਹੈ। ਸਭ ਤੇ ਉੱਤਮ ਹਰਿ ਕੀ ਕਥਾ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਕੀ ਵਡਾਲੀ ਨਗਰ ਵਿਖੇ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਉਦਰ ਤੋਂ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ 1652 ਸੰਮਤ ਬਿਕਰਮੀ ਵਿੱਚ 21 ਹਾੜ ਵਾਲੇ ਦਿਨ ਐਤਵਾਰ ਦਾ ਦਿਨ ਜਦੋਂ ਅੰਮ੍ਰਿਤ ਵੇਲੇ ਗੁਰਦੇਵ ਜੀ ਨੇ ਪ੍ਰਕਾਸ਼ ਧਾਰਨ ਕੀਤਾ, ਗੁਰੂ ਘਰ ਦੇ ਵਿੱਚ ਖੁਸ਼ੀਆਂ ਤੇ ਵਧਾਈਆਂ ਵੱਜੀਆਂ ਹਨ। ਪੰਜਵੇਂ ਪਾਤਸ਼ਾਹ ਜੀ ਅੰਮ੍ਰਿਤ ਵੇਲਾ ਸੀ, ਦਾਸੀ ਨੇ ਜਾ ਕੇ ਗੁਰਦੇਵ ਜੀ ਨੂੰ ਵਧਾਈ ਦਿੱਤੀ। ਗੁਰੂ ਪੰਚਮ ਪਾਤਸ਼ਾਹ ਜੀ ਨੇ ਇਸ਼ਨਾਨ ਪਾਨ ਕਰਕੇ ਆਸਣ ਤੇ ਬੈਠ ਕੇ ਅਕਾਲ ਪੁਰਖ ਜੀ ਦੇ ਸ਼ੁਕਰਾਨੇ ਵਜੋਂ ਇੱਕ ਸ਼ਬਦ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਤੇ ਦੂਸਰਾ ਸ਼ਬਦ ਰਾਗ ਬਿਲਾਵਲ ਵਿੱਚ ਉਚਾਰਨ ਕੀਤਾ। ਆਸਾ ਰਾਗ ਵਿੱਚ ਸ਼ਬਦ ਉਚਾਰਿਆ, ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚਾ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੈ ਮਾਹਿਆ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਬਿਕਾ ਬਿਗਾਸ, ਜਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਇਹ ਬਚਨ ਮਹਾਰਾਜ ਜੀ ਨੇ ਉਚਾਰਨ ਕੀਤੇ। ਦੂਸਰਾ ਸ਼ਬਦ ਰਾਗ ਬਿਲਾਵਲ ਵਿੱਚ ਸਤਿਗੁਰਾਂ ਨੇ ਉਚਾਰਿਆ, ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਧ ਸੰਭਾਰਿਆ, ਸਾਧ ਜਨਾ ਹੋਏ ਕਿਰਪਾਲਾ, ਬਿਗਸੇ ਸਭ ਪਰਵਾਰਿਆ, ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ। ਇਹਨਾਂ ਦੋਨਾਂ ਸ਼ਬਦਾਂ ਦੀ ਕਥਾ ਆਪਾਂ ਕੱਲ ਦੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਆਓ ਗੁਰੂ ਘਰ ਦੇ ਵਿੱਚ ਜੋ ਉਤਸਵ ਹੋ ਰਿਹਾ ਹੈ, ਖੁਸ਼ੀਆਂ ਮਨਾਈਆਂ ਜਾ ਰਹੀਆਂ, ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦੀਆਂ ਖੁਸ਼ੀਆਂ ਹਨ। ਸਰਵਣ ਕਰਨ ਤੋਂ ਪਹਿਲਾਂ ਗੁਰਦੇਵ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਆਸਾ ਰਾਗ ਸਮੇਂ ਕੋ ਲਖ ਕਰ। ਆਸਾ ਰਾਗ ਦਾ ਸਮਾਂ ਸੀ ਖਾਲਸਾ ਜੀ, ਅੰਮ੍ਰਿਤ ਵੇਲਾ ਹੈ। ਆਸਾ ਰਾਗ ਦਾ ਸਮਾਂ ਜਾਣ ਕੇ ਗਾਇਓ ਸ਼ਬਦ ਪ੍ਰੇਮ ਪ੍ਰਭ ਨਾਲ। ਬੜੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਭਿੱਜ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਇਹ ਸ਼ਬਦ ਗਾਇਨ ਕੀਤਾ, ਆਪਣੀ ਰਸਨਾ ਤੋਂ ਉਚਾਰਨ ਕੀਤਾ। ਦੁਤੀ ਬਿਲਾਵਲ ਮੰਗਲ ਸੂਚਕ। ਔਰ ਦੂਸਰਾ ਸ਼ਬਦ ਮਹਾਰਾਜ ਜੀ ਨੇ ਬਿਲਾਵਲ ਰਾਗ ਵਿੱਚ ਗਾਵਿਆ, ਕਿਉਂਕਿ ਬਿਲਾਵਲ ਦਾ ਸਮਾਂ ਸੀ। ਬਿਲਾਵਲ ਮਤਲਬ ਖੁਸ਼ੀ ਦਾ ਸੂਚਕ ਹੈ। ਜਿਹੜਾ ਰਾਗ ਬਿਲਾਵਲ ਹੈ ਨਾ ਖਾਲਸਾ ਜੀ, ਇਹ ਖੁਸ਼ੀ ਦਾ ਰਾਗ ਹੈ। ਇਹ ਖੁਸ਼ੀ ਦੇ ਸਮੇਂ ਗਾਇਨ ਕੀਤਾ ਜਾਂਦਾ ਰਾਗੀ ਸਿੰਘਾਂ ਵੱਲੋਂ, ਕਿਉਂਕਿ ਸਮੇਂ ਦਾ ਰਾਗ ਹੁੰਦਾ ਹੈ। ਹਰ ਸਮੇਂ ਦਾ ਆਪਣਾ ਰਾਗ ਹੁੰਦਾ ਹੈ। ਸਮੇਂ ਤੋਂ ਬਿਨਾਂ ਗਾਇਆ ਗਿਆ ਰਾਗ ਉਹ ਚੰਗਾ ਨਹੀਂ ਲੱਗਦਾ, ਸੋਭਦਾ ਨਹੀਂ। ਜਿਵੇਂ ਜੇਠ ਹਾੜ ਦੀ ਧੁੱਪ ਚੜ੍ਹੀ ਹੋਵੇ ਤੇ ਕੋਈ ਮਲਾਰ ਰਾਗ ਗਾਵੇ ਤੇ ਚੰਗਾ ਨਹੀਂ ਹੁੰਦਾ। ਉਦੋਂ ਜਿਹੜਾ ਰਾਗ ਹੋਵੇ ਉਹ ਗਾਵਿਆ ਜਾਂਦਾ, ਰਾਗ ਦਾ ਸਮਾਂ ਹੁੰਦਾ। ਤੋ ਖੁਸ਼ੀ ਦਾ ਸਮਾਂ ਸੀ, ਗੁਰੂ ਘਰ ਵਿੱਚ ਖੁਸ਼ੀ ਆਈ ਹੈ। ਤੋ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਦੂਸਰਾ ਸ਼ਬਦ ਰਾਗ ਬਿਲਾਵਲ ਵਿੱਚ ਗਾਇਨ ਕੀਤਾ ਹੈ। ਸ਼ਬਦ ਬਨਾਇਓ ਆਨੰਦ ਵਿਸਾਲ। ਬੜੇ ਆਨੰਦ ਵਾਲਾ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਉਤਸਵ ਇਮ ਹੋਵਤ ਸ਼ੁਭ ਹਰਖਤ। ਗੁਰੂ ਘਰ ਵਿੱਚ ਬੜੇ ਸੋਹਣੇ ਉਤਸਵ ਹੋ ਰਹੇ ਨੇ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਭਈ ਪ੍ਰਭਾਤ ਉਦਿਓ ਅੰਸੁਮਾਲ। ਖਾਲਸਾ ਜੀ ਪ੍ਰਭਾਤ ਵੇਲਾ ਹੋ ਆਇਆ, ਯਾਨੀ ਕਿ ਦਿਨ ਚੜ ਗਿਆ।
ਅੰਸੂਮਾਲ ਦਾ ਮਤਲਬ ਹੁੰਦਾ ਵੀ ਸੂਰਜ ਚੜ ਆਇਆ, ਲੋ ਲੱਗ ਗਈ। ਗ੍ਰਾਮ ਸਮਸਤ ਵਿਖੇ ਸੁਧ ਸੁਖਦਾ, ਸਾਰੇ ਨਗਰ ਦੇ ਵਿੱਚ ਸੁਖਦਾਈ ਖੁਸ਼ੀ ਦੇਣ ਵਾਲੀ ਖਬਰ ਫੈਲ ਗਈ। ਸਾਰੇ ਵਡਾਲੀ ਨਗਰ ਦੇ ਵਿੱਚ ਇਹ ਗੱਲ ਪਸਰੀ ਕਿ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ। ਬੜੀ ਖੁਸ਼ੀ ਦੀ ਲਹਿਰ ਸਾਰੇ ਨਗਰ ਦੇ ਵਿੱਚ ਦੌੜੀ ਹੈ। ਭਨੇ ਸੁਨੇ ਆਵੀਂ ਤਤਕਾਲ, ਤੇ ਕਹਿੰਦੇ ਜਿੰਨੇ ਨਗਰ ਨਿਵਾਸੀ ਸਨ ਵਧਾਈਆਂ ਵੱਜਦਿਆਂ ਹੋਇਆਂ ਇੱਕ ਦੂਜੇ ਨੂੰ ਵਧਾਈਆਂ ਦਿੰਦਿਆਂ ਮਹਾਰਾਜ ਜੀ ਦੇ ਮਹਿਲਾਂ ਵਿੱਚ ਸਤਿਗੁਰਾਂ ਦੇ ਘਰ ਆਉਣ ਲੱਗੇ ਹਨ। ਬੰਦਨਵਾਰ ਹਰਤ ਦਲ ਫੂਲਨ, ਜਿਹੜੇ ਦਰਵਾਜ਼ਿਆਂ ਦੇ ਉੱਤੇ ਫੁੱਲਾਂ ਦੀਆਂ ਮਾਲਾਵਾਂ ਬੰਨਣ ਵਾਲੇ ਉਹ ਵੀ ਆ ਗਏ। ਇਸੇ ਤਰ੍ਹਾਂ ਜਿਹੜੇ ਸ਼ਰੀ ਬੰਨ੍ਹਦੇ ਆ ਹਰੇ ਰੰਗ ਦੇ ਪੱਤੇ ਆਦਿਕ, ਉਹ ਵੀ ਖੁਸ਼ੀ ਦੇ ਨਾਲ ਬੰਨਣ ਵਾਸਤੇ ਮਾਲੀ ਆਦਿਕ ਆਏ ਹਨ। ਅਨਿਕ ਬਰਨ ਕੀ ਰਚ ਕਰ ਸੋਏ, ਕਈ ਰੰਗਾਂ ਦੇ ਸੋਹਣੇ ਸੋਹਣੇ ਫੁੱਲ ਰਚ ਕੇ ਉਹਨਾਂ ਦੀਆਂ ਮਾਲਾਵਾਂ ਗੁੰਦ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਾਂ ਤੇ ਲਿਆ ਕੇ ਬੰਨੀਆਂ ਹਨ। ਸ਼੍ਰੀ ਗੁਰ ਕਰ ਦਰ ਪਰ ਬਹੁ ਬੰਦੀ, ਗੁਰੂ ਘਰ ਦੇ ਦਰਾਂ ਦੇ ਉੱਤੇ ਬੜੀ ਖੁਸ਼ੀ ਮਨਾਈ ਜਾ ਰਹੀ ਹੈ। ਫੁੱਲਾਂ ਦੀਆਂ ਮਾਲਾਵਾਂ ਬੰਨ੍ਹ ਕੇ ਸਾਰੇ ਦਰਵਾਜ਼ਿਆਂ ਦੇ ਉੱਤੇ ਫੁੱਲਾਂ ਦੀਆਂ ਮਾਲਾਵਾਂ ਜਿਹੜੀਆਂ ਨੇ ਸਿਰੇ ਜਿਹੜੇ ਨੇ ਉਹ ਗੁਰੂ ਖਾਲਸਾ ਜੀ ਟੰਗੇ ਹਨ। ਲਗੋ ਦੁੰਦਪ ਮਧੁਰੀ ਧੁਨ ਹੋਏ, ਫਿਰ ਮਹਾਰਾਜ ਜੀ ਦੇ ਦਰਾਂ ਮੂਹਰੇ ਛੋਟਾ ਨਗਾਰਾ ਵੱਜ ਰਿਹਾ ਹੈ। ਲਘੂ ਦੁੰਦਪ ਦਾ ਮਤਲਬ ਹੁੰਦਾ ਵੀ ਛੋਟੇ ਨਗਾਰੇ। ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲਾਂ ਦੇ ਬਾਹਰ ਰੱਖੇ ਨੇ, ਖੁਸ਼ੀ ਦਾ ਪ੍ਰਤੀਕ ਹੁੰਦੇ ਹਨ। ਪੁਰਾਤਨ ਸਮਿਆਂ 'ਚ ਜਿਹੜੇ ਘਰ 'ਚ ਖੁਸ਼ੀ ਹੁੰਦੀ ਉਹਨਾਂ ਦਰਵਾਜ਼ਿਆਂ ਦੇ ਉੱਤੇ ਛੋਟੇ ਨਗਾਰੇ ਰੱਖ ਕੇ ਵਜਾਏ ਜਾਂਦੇ ਸੀ। ਉਹ ਸੰਕੇਤ ਹੁੰਦਾ ਸੀ ਵੀ ਇਸ ਘਰ ਦੇ ਵਿੱਚ ਖੁਸ਼ੀ ਹੈ, ਸ਼ਾਦੀ ਹੈ। ਤੋ ਮਹਾਰਾਜ ਜੀ ਦੇ ਦਰਾਂ ਦੇ ਮੂਹਰੇ ਦਰਵਾਜ਼ੇ ਦੇ ਉੱਤੇ ਛੋਟੇ ਨਗਾਰੇ ਉਹ ਵਜਾਏ ਜਾ ਰਹੇ ਹਨ। ਅਬਲਾ ਲਲਿਤ ਕਲਤ ਬਰ ਬਸਤਰਨ, ਕਹਿੰਦੇ ਬਹੁਤ ਸੋਭਾ ਹੋ ਰਹੀ। ਹੁਣ ਗੁਰੂ ਘਰ ਦੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਜਿਹੜੀਆਂ ਮਾਤਾ ਗੰਗਾ ਜੀ ਦੇ ਨਾਲ ਸਨੇਹ ਰੱਖਦੀਆਂ ਸਨ, ਰੰਗ ਰੰਗ ਦੇ ਬਸਤਰ ਧਾਰਨ ਕਰਕੇ ਉਹ ਇਸਤਰੀਆਂ ਆਈਆਂ ਹਨ। ਜੀਵਰ ਜ਼ੀਬ ਅਜਾਇਬ ਜੋਏ, ਕਹਿੰਦੇ ਉਹਨਾਂ ਇਸਤਰੀਆਂ ਨੇ ਕਈ ਤਰ੍ਹਾਂ ਦੇ ਸੋਹਣੇ ਜੇਵਰ ਆਦਿਕ ਜਿਹੜੇ ਨੇ ਧਾਰਨ ਕੀਤੇ ਨੇ, ਜਰੀਦਾਰ ਬਸਤਰ ਧਾਰਨ ਕੀਤੇ ਹੋਏ ਨੇ। ਦੀਤ ਵਧਾਈ ਆਪਸ ਮੈਂ ਮਿਲ, ਆਪਸ ਵਿੱਚ ਜਦੋਂ ਮਿਲਦੀਆਂ ਨੇ ਤੇ ਵਧਾਈ ਦੇ ਕੇ ਮਿਲਦੀਆਂ। ਵਧਾਈਆਂ ਹੋਵਣ, ਵਧਾਈਆਂ ਹੋਵਣ। ਮਹਾਰਾਜ ਪੰਚਮ ਪਾਤਸ਼ਾਹ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਅਵਤਾਰ ਹੋਇਆ, ਵਧਾਈ ਹੋਵੇ। ਬੋਲੇ ਹਰਕ ਭਰੀ ਸਭ ਕੋਏ, ਬੜੀ ਖੁਸ਼ੀ ਦੇ ਨਾਲ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਨੇ ਉਹ ਇਸਤਰੀਆਂ, ਖੁਸ਼ੀ ਦੇ ਨਾਲ ਬੋਲਦੀਆਂ ਹਨ। ਮ੍ਰਿਗ ਦ੍ਰਿਗ ਸ੍ਰਿਗ ਗ੍ਰੀਵਾ ਬਰ ਧਾਰੀ, ਕਹਿੰਦੇ ਬੜੇ ਸੁੰਦਰ ਸਰੂਪ ਵਾਲੀਆਂ ਇਸਤਰੀਆਂ, ਜਿਵੇਂ ਹਿਰਨ ਦੇ ਬੱਚੇ ਦੇ ਨੇਤਰ ਹੁੰਦੇ ਐ, ਐਸੀਆਂ ਸੋਹਣੇ ਨੇਤਰਾਂ ਵਾਲੀਆਂ ਇਸਤਰੀਆਂ, ਲੰਮੀਆਂ ਗਰੀਵਾਂ, ਲੰਮੀਆਂ ਲੰਮੀਆਂ ਗਰਦਨਾਂ ਹਨ ਔਰ ਬੜੀ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਗੀਤਰ ਗਾਇਨ ਕਰਦੀਆਂ ਨੇ ਖੁਸ਼ੀ ਦੇ। ਬਿਦੋ ਬਦਨੀ ਕਰ ਕਰ ਸ਼ਿੰਗਾਰ, ਕਈ ਤਰ੍ਹਾਂ ਦੇ ਸ਼ਿੰਗਾਰ ਬਣਾ ਬਣਾ ਕੇ ਉਹ ਇਸਤਰੀਆਂ ਆਈਆਂ ਹਨ। ਕੋਕਿਲ ਕੰਠੀ ਗਾਵੇਂ ਗੀਤਨ, ਕੋਇਲ ਵਰਗੀ ਮਿੱਠੀ ਆਵਾਜ਼ ਵਿੱਚ ਗੁਰਬਾਣੀ ਸਖੀ ਆਨੰਦ ਗਾਵੇਂ ਹੈ। ਮਿੱਠੀ ਮਿੱਠੀ ਆਵਾਜ਼ ਵਿੱਚ ਮਹਾਰਾਜ ਜੀ ਦੇ ਸ਼ਬਦ ਗਾਇਨ ਕਰਦੀਆਂ ਹਨ ਔਰ ਅਨੇਕ ਪ੍ਰਕਾਰ ਦੇ ਜਿਹੜੇ ਹੋਰ ਧਾਰਮਿਕ ਗੀਤ ਆਦਿਕ ਹੁੰਦੇ ਨੇ ਉਹ ਗਾਉਂਦੀਆਂ ਹਨ ਵਧਾਈ ਵਜੋਂ। ਦੀਤ ਪਰਸ ਪਰ ਹਸ ਹਸ ਗਾਰ, ਔਰ ਕਈ ਆਪਸ ਵਿੱਚ ਇੱਕ ਦੂਜੇ ਦੇ ਨਾਲ ਦੂਜੀ ਨਾਲ ਮਜ਼ਾਕ ਵੀ ਕਰਦੀਆਂ ਹਨ। ਮਾਤਾ ਗੰਗਾ ਜੀ ਦੇ ਕੋਲ ਆ ਕੇ ਵਧਾਈ ਦਿੰਦੀਆਂ ਹਨ। ਦੇਵ ਬਦੂਟੀ ਕਪਟ ਬੀਸ ਤਰ, ਖਾਲਸਾ ਜੀ ਕੱਲੇ ਵਡਾਲੀ ਨਗਰ ਦੀਆਂ ਇਸਤਰੀਆਂ ਨਹੀਂ ਆਈਆਂ, ਉਹਨਾਂ ਦੇ ਵਿੱਚ ਆਕਾਸ਼ ਵਿੱਚੋਂ ਜਿਹੜੀਆਂ ਦੇਵਤਿਆਂ ਦੀਆਂ ਬਦੂਟੀਆਂ ਨੇ ਨਾ, ਦੇਵੀਆਂ ਦੇਵ ਬਦੂਟੀਆਂ, ਕਹਿੰਦੇ ਉਹ ਵੀ ਆਈਆਂ ਨੇ ਇਸਤਰੀਆਂ ਦਾ ਭੇਖ ਧਾਰਨ ਕਰਕੇ, ਬਹਾਨੇ ਨਾਲ ਇਸਤਰੀਆਂ ਦੇ ਜਾਮਿਆਂ 'ਚ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਸੁਆਮੀ ਦੇ ਦਰਸ਼ਨ ਕਰਕੇ ਆਈਏ। ਕਹਿੰਦੇ ਉਹ ਦੇਵ ਬਦੂਟੀਆਂ ਵੀ ਕਪਟ ਬੇਸ ਧਾਰ, ਯਾਨੀ ਕਿ ਛਲਾਵੇ ਜੇ ਵਾਲਾ ਭੇਸ ਉਹਨਾਂ ਨੇ ਧਾਰਨ ਕੀਤਾ। ਮధుਰ ਮధుਰ ਸੁਰ ਮੰਗਲ ਚਾਰ, ਉਹ ਜਿਹੜੀਆਂ ਦੇਵ ਬਦੂਟੀਆਂ ਆਈਆਂ ਨੇ
ਉਹ ਵੀ ਮਦਰ ਮਦਰ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਬੜੇ ਸੋਹਣੇ ਮੰਗਲਾਚਾਰ ਗਾਇਨ ਕਰਦੀਆਂ ਨੇ। ਭਾਈ ਪੀਰ ਕੋ ਸਕੀਏ ਪਛਾਨਨਾ। ਹੁਣ ਗੁਰੂ ਘਰ ਵਿੱਚ ਇਕੱਠ ਇੰਨਾ ਸੀ ਵੀ ਉਹਨਾਂ ਦੀ ਪਛਾਣ ਨਹੀਂ ਹੁੰਦੀ। ਉਹਨਾਂ ਇਸਤਰੀਆਂ ਬਾਰੇ ਪਤਾ, ਆਈਆਂ ਤਾਂ ਓਪਰੀਆਂ ਨੇ, ਜਿਹੜੀਆਂ ਨਗਰ ਦੀਆਂ ਇਸਤਰੀਆਂ ਸੀ ਉਹ ਇਹ ਸਮਝਣਾ ਵੀ ਖਬਰੇ ਇਹ ਦੂਜੇ ਨਗਰ ਤੋਂ ਆਈਆਂ ਹੋਣੀਆਂ, ਸਾਡੇ ਨਗਰ ਦੀਆਂ ਨਹੀਂ। ਏਦਾਂ ਕਹਿੰਦੇ ਵਿੱਚ ਫਿਰਦੀਆਂ ਨੇ, ਪਛਾਣ ਨਹੀਂ ਆਉਂਦੀ। ਸੁੰਦਰ ਮੰਦਿਰ ਜੁਤ ਬਿਸਤਾਰ। ਮਹਾਰਾਜ ਜੀ ਦੇ ਸੋਹਣਿਆਂ ਮੰਦਰਾਂ ਵਿੱਚ, ਸੋਹਣਿਆਂ ਮਹਿਲਾਂ ਵਿੱਚ ਇਹਨਾਂ ਇਸਤਰੀਆਂ ਦਾ ਵਿਸਥਾਰ ਹੈ। ਗਗਨ ਗੋਪੋਏ ਸੁਰ ਬਾਰੇ ਆਏ। ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਉਧਰ ਦੇਵਤੇ ਕਿਵੇਂ ਪਿੱਛੇ ਰਹਿ ਜਾਣ। ਕਹਿੰਦੇ ਆਕਾਸ਼ ਦੇ ਵਿੱਚ ਦੇਵਤੇ ਗੁਪਤ ਰੂਪ ਦੇ ਵਿੱਚ ਹਾਜ਼ਰ ਹੋਏ ਨੇ ਗੁਰੂ ਕੀ ਵਡਾਲੀ 'ਚ। ਆਕਾਸ਼ ਵਿੱਚ ਉਤਰੇ ਨੇ ਉਹਨਾਂ ਦੇ ਵਿਵਾਨ, ਉਹ ਗੁਪਤ ਰੂਪ ਦੇ ਵਿੱਚ ਆਏ ਨੇ ਸਾਰੇ ਦੇਵਤੇ। ਗੁਰ ਮੰਦਰ ਕੋ ਚਰਚੇ ਚਾਰੂ। ਜਿਹੜੇ ਮਹਿਲ ਵਿੱਚ ਸਤਿਗੁਰੂ ਜੀ ਨੇ ਪ੍ਰਕਾਸ਼ ਧਾਰਿਆ, ਉਸ ਮਹਿਲ ਦੇ ਉੱਤੇ ਉਹ ਚਰਚਣ ਕਰਦੇ ਨੇ ਚੰਦਨ ਦਾ। ਉਹਦੇ ਤੇ ਜਿਹੜੇ ਦੇਵਪੁਰੀ ਦੇ ਫੁੱਲ ਨੇ, ਉਹਨਾਂ ਫੁੱਲਾਂ ਦੀ ਵਰਖਾ ਕਰਦੇ ਨੇ ਦੇਵਤੇ। ਮੁੰਜਲ ਫੂਲਨ ਅੰਜੁਲ ਪਰ ਪਰ। ਮੰਜਲ ਫੂਲਨ ਕਹਿੰਦੇ ਬੁੱਕਾਂ ਭਰ ਭਰ ਕੇ ਫੁੱਲਾਂ ਦੀਆਂ ਉਜਵਲ, ਉਹ ਕਹਿੰਦੇ ਸੱਟਦੇ ਨੇ ਮਹਾਰਾਜ ਜੀ ਦੇ ਮਹਿਲਾਂ ਉੱਤੇ, ਵਰਖਾ ਕਰਦੇ ਨੇ ਦੇਵਤੇ। ਚੰਦਨ ਕੇਸਰ ਕਸ ਕਸ ਡਾਰ। ਚੰਦਨ ਤੇ ਕੇਸਰ ਨੂੰ ਘਸ ਕੇ ਜਿਹੜੀ ਉਹ ਸੁਗੰਧੀ ਹੈ ਉਹਦਾ ਚਰਚਣ ਕਰਦੇ, ਉਹਦਾ ਛਿੜਕਾਵ ਕਰਦੇ ਮਹਾਰਾਜ ਜੀ ਦੇ ਮਹਿਲਾਂ ਦੇ ਉੱਤੇ। ਅਨੇਕ ਸੁਗੰਧਨ ਸੀਂਚੇ ਰੁਚ ਕਰ। ਅਨੇਕ ਪ੍ਰਕਾਰ ਦੀਆਂ ਜਿਹੜੀਆਂ ਸੁਗੰਧੀਆਂ ਹੁੰਦੀਆਂ, ਇਤਰ ਫੁਲੇਲ ਆਦਿਕ, ਉਹਦੇ ਨਾਲ ਮਹਾਰਾਜ ਜੀ ਦੇ ਮਹਿਲਾਂ ਨੂੰ ਸਿੰਚਦੇ ਨੇ ਦੇਵਤੇ। ਉਹਦੇ ਨਾਲ ਕਹਿੰਦੇ ਚਰਚਣ ਕਰਦੇ ਨੇ, ਛਿੜਕਾਵ ਕਰਦੇ ਨੇ ਅਨੇਕ ਪ੍ਰਕਾਰ ਦੀਆਂ ਸੁਗੰਧੀਆਂ ਦਾ। ਰਚ ਰਚ ਰੁਚਿਰ ਕੁਸਮ ਬਿਸਤਾਰ। ਬੜੇ ਬੜੇ ਸੋਹਣੇ ਫੁੱਲਾਂ ਦੀਆਂ ਮਲਾਵਾਂ ਗੁੰਦ ਗੁੰਦ ਕੇ ਲਿਆਏ ਨੇ ਦੇਵਤੇ। ਉਹ ਸੂਖਮ ਰੂਪ ਦੇ ਵਿੱਚ ਹੀ ਨੇ ਖਾਲਸਾ ਜੀ, ਆਕਾਸ਼ ਮੰਡਲ ਚੋਂ ਉਤਰੇ ਹੋਏ। ਧੂਪ ਤੁਖਾਵਤ ਬੰਦਨ ਤਾਰਤ। ਉਹ ਆ ਕੇ ਧੂਪ ਤੁਖਾਉਂਦੇ ਨੇ, ਨਾਲੇ ਬੰਦਨਾ ਕਰਦੇ ਮਹਾਰਾਜ ਜੀ ਦੇ ਮਹਿਲਾਂ ਦੇ ਸਨਮੁਖ, ਸੀਸ ਝੁਕਾ ਝੁਕਾ ਕੇ ਨਮਸਕਾਰਾਂ ਕਰਦੇ। ਕਹਿੰਦੇ ਜਿਹੜੇ ਉੱਥੇ ਨਗਰ ਨਿਵਾਸੀ ਸੀ ਜਾਂ ਬਾਕੀ ਸੰਗਤ ਹੈ ਨਾ, ਹੁਣ ਉਹ ਆਖਣ ਵੀ ਇਹ ਸੁਗੰਧੀ ਕਿੱਥੋਂ ਆਉਂਦੀ ਆ ਪਤਾ ਨਹੀਂ। ਕਹਿੰਦੇ ਬੜੀ ਮਹਿਕ ਆ ਰਹੀ। ਆਲੇ ਦੁਆਲੇ ਕਹਿੰਦੇ ਬਈ ਕਿਸੇ ਨੇ ਚਰਚਣ ਕੀਤਾ ਕੋਈ ਸੁਗੰਧੀ ਦਾ? ਕਹਿੰਦੇ ਨਹੀਂ। ਕਹਿੰਦੇ ਆਉਂਦੀ ਕਿੱਥੋਂ ਹੈ ਸੁਗੰਧੀ? ਪਰ ਉਹ ਇਹ ਨਹੀਂ ਸਨ ਜਾਣਦੇ ਵੀ ਇਹ ਸੁਗੰਧੀ ਦੇਵਤਿਆਂ ਦੀ ਮਹਿਕਾਈ ਹੋਈ ਹੈ। ਖਾਲਸਾ ਜੀ, ਜਿੱਥੇ ਸ਼ੁੱਧ ਦੇਵ ਰੂਹਾਂ ਹੁੰਦੀਆਂ ਉੱਥੇ ਸੁਗੰਧੀ ਵਧੋ ਵਧੀ ਆਲੇ ਦੁਆਲੇ ਫੈਲ ਜਾਂਦੀ ਹੈ। ਜਿੱਥੇ ਬਦਰੂਹਾਂ ਹੁੰਦੀਆਂ ਹਨ ਉੱਥੇ ਕਈ ਵਾਰੀ ਦੁਰਗੰਧੀ ਦਾ ਅਨੁਭਵ ਜਿਹੜਾ ਹੈ ਉਹ ਕਈ ਸਾਧਕਾਂ ਨੂੰ ਹੋ ਜਾਂਦਾ ਵੀ ਕੋਈ ਮਾੜੀ ਰੂਹ ਹੈ ਆਲੇ ਦੁਆਲੇ। ਦੇਵ ਰੂਹਾਂ ਦੇ ਪਾਸ ਬਦੋ ਬਦੀ ਸੁਗੰਧੀ ਹੁੰਦੀ ਹੈ। ਕਹਿੰਦੇ ਉਹ ਸਿੱਖ ਵੀ ਹੈਰਾਨ ਹੋ ਰਹੇ ਨੇ, ਅਸਚਰਜ ਹੋ ਰਹੇ ਹਨ। ਕਰਤ ਉਸਤਤ ਕੋ ਬਚਨੀ ਉਚਾਰ। ਉਹ ਜਿਹੜੇ ਜਿੰਨੇ ਦੇਵਤੇ ਨੇ ਨਾਲੇ ਉਸਤਤ ਕਰਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਤੇ ਉਸਤਤੀ ਕਰਕੇ ਮਹਾਰਾਜ ਜੀ ਦੀ ਮਹਿਮਾ ਗਾਇਨ ਕਰਦੇ ਹਨ। ਪਾਨ ਗਿਆਨ ਕੋ ਸ਼ਾਂਤ ਰੂਪ ਬਰ। ਕਹਿੰਦੇ ਗਿਆਨ ਦਾ ਸੂਰਜ ਉਦੇ ਹੋਇਆ। ਭਾਨ ਗਿਆਨ ਕੋ, ਭਾਨ ਕਹਿੰਦੇ ਨੇ ਸੂਰਜ ਨੂੰ, ਕਹਿੰਦੇ ਗਿਆਨ ਦਾ ਸੂਰਜ ਸ਼ਾਂਤ ਰੂਪ ਬਰ। ਸ਼ਾਂਤ ਰੂਪ ਜਿਹੜਾ ਸ੍ਰੇਸ਼ਟ ਹੈ ਉਹ ਮਹਾਰਾਜ ਜੀ ਦਾ ਸਵਰੂਪ ਹੈ। ਸਤ ਸੰਤੋਖ ਛਿਮਾ ਗੁਣ ਬ੍ਰਿੰਦ। ਸਤ ਸੰਤੋਖ ਬੇਅੰਤ ਗੁਣ ਉਹ ਮਹਾਰਾਜ ਪੰਚਮ ਪਾਤਸ਼ਾਹ ਦੇ ਵਿੱਚ ਹਨ। ਸ਼੍ਰੀ ਅਰਜਨ ਸਿਰਜਨ ਸੁਖ ਦਾਸਨ। ਗੁਰੂ ਅਰਜਨ ਦੇਵ ਸਾਹਿਬ ਜੀ ਜੋ ਆਪਣਿਆਂ ਸਿੱਖਾਂ ਨੂੰ ਸੁਖ ਦੇਣ ਵਾਲੇ ਹਨ, ਆਪਣੇ ਸਿੱਖਾਂ ਲਈ ਸੁਖ ਸਿਰਜਣ ਵਾਲੇ ਹਨ। ਮਹਿਮਾ ਮਹਾ ਚਰਨ ਅਰਬਿੰਦ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਕਮਲਾਂ ਦੀ ਬੜੀ ਵੱਡੀ ਭਾਰੀ ਮਹਿਮਾ ਹੈ, ਬੜੀ ਵੱਡੀ ਵਡਿਆਈ ਹੈ ਪੰਜਵੇਂ ਪਾਤਸ਼ਾਹ ਦੇ ਚਰਨਾਂ ਦੀ। ਕੇਵਲ ਨਰਨ ਕਲਿਆਣ ਕਾਰਨੇ। ਕੇਵਲ ਜੀਵਾਂ ਦੇ ਕਲਿਆਣ ਵਾਸਤੇ, ਜੀਵਾਂ ਦੇ ਭਲੇ ਵਾਸਤੇ, ਜੀਵਾਂ ਦਾ ਜਨਮ ਮਰਨ ਕੱਟਣ ਵਾਸਤੇ। ਕਾਇਆ ਧਰੀ ਸੁਛੰਦ ਮੁਕੰਦ। ਮੁਕਤੀ ਦਾਤੇ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਕਾਇਆ ਧਾਰਨ ਕੀਤੀ ਹੈ,
ਆਪਣਾ ਸਰੀਰ ਧਾਰਨ ਕੀਤਾ ਹੈ। ਜਨਮਿਓ ਪੁੱਤਰ ਆਪ ਕੇ ਜੋਦਾ। ਫਿਰ ਪੰਜਵੇਂ ਪਾਤਸ਼ਾਹ ਦੀ ਉਪਮਾ ਕਰਦਿਆਂ ਕਹਿੰਦੇ, ਹੇ ਗਰੀਬ ਨਵਾਜ, ਆਪ ਜੀ ਦੇ ਗ੍ਰਹਿ ਵਿਖੇ ਮਹਾਨ ਸੂਰਬੀਰ ਯੋਧੇ ਪੁੱਤਰ ਨੇ ਜਨਮ ਧਾਰਨ ਕੀਤਾ ਹੈ। ਰਣ ਪ੍ਰਿਯ ਨਾਮ ਸੁਹਰ ਗੋਵਿੰਦ। ਜੋ ਰਣ ਦੇ ਪ੍ਰਿਆ ਹੋਣਗੇ, ਰਣ ਪ੍ਰਿਆ ਦਾ ਮਤਲਬ ਜੰਗ ਨਾਲ ਪਿਆਰ ਕਰਨ ਵਾਲੇ, ਰਣ ਪ੍ਰਿਆ ਹੋਣਗੇ ਔਰ ਨਾਮ ਗੁਰੂ ਹਰਗੋਬਿੰਦ ਹੈ। ਗੋਬਿੰਦ ਹੀ ਹਰਗੋਬਿੰਦ ਰੂਪ ਹੋ ਕੇ ਆਏ ਹਨ। ਦਾਹਕ ਦੁਸ਼ਟਨ ਗ੍ਰਾਹਕ ਗੁਣ ਕੋ। ਜਿਹੜੇ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਔਰ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਹਨ। ਚਾਹਕ ਧਰਮ ਸੁਬਾਹੂ ਜਵਾਨ। ਔਰ ਧਰਮ ਨੂੰ ਚਾਹਣ ਵਾਲੇ ਨੇ ਔਰ ਬਾਹਾਂ ਵਾਲੇ ਜਵਾਨ, ਭਾਵ ਆਪ ਸੂਰਮੇ ਹਨ। ਸ਼ਸਤਰ ਤਰੇ ਸੰਗਰਾਮ ਕਰੇ ਵੱਡ। ਆਪ ਸੂਰਮੇ ਨੇ ਤੇ ਸੂਰਮਿਆਂ ਨੂੰ ਰੱਖਣ ਵਾਲੇ ਨੇ ਗੁਰੂ ਹਰਗੋਬਿੰਦ ਸਾਹਿਬ। ਸ਼ਸਤਰ ਧਾਰਨਗੇ, ਇਹ ਦੇਵਤੇ ਕਹਿ ਰਹੇ ਨੇ ਕਿ ਸ਼ਸਤਰ ਧਾਰਨਗੇ ਔਰ ਜੰਗ ਦੇ ਮੈਦਾਨ ਦੇ ਵਿੱਚ ਘਮਾਸਾਨ ਜੰਗ ਲੜਨਗੇ। ਹਨੇ ਤੁਰਕ ਕੋ ਦਲ ਬਲਵਾਨ। ਮਲੇਛਾਂ ਦੇ ਵੱਡਿਆਂ ਵੱਡਿਆਂ ਦਲਾਂ ਨੂੰ ਭੰਨ ਸੁੱਟਣਗੇ। ਖਾਲਸਾ ਜੀ, ਪਹਿਲਾ ਜੰਗ ਹੋਇਆ 7000 ਫੌਜ ਆਈ ਸ੍ਰੀ ਅੰਮ੍ਰਿਤਸਰ ਸਾਹਿਬ। ਦੂਸਰਾ ਜੰਗ ਹੋਇਆ 15000 ਫੌਜ ਆਈ। ਜਦੋਂ ਤੀਸਰਾ ਜੰਗ ਹੋਇਆ 30000 ਤੋਂ ਵੱਧ ਫੌਜਾਂ ਪਹੁੰਚੀਆਂ ਮਹਾਰਾਜ ਦੀ ਧਰਤੀ ਤੇ। ਜਦੋਂ ਚੌਥਾ ਜੰਗ ਹੋਇਆ ਤੇ ਖਾਲਸਾ ਜੀ ਤਕਰੀਬਨ 1 ਲੱਖ ਦੇ ਨੇੜੇ ਦੁਸ਼ਮਣ ਦੀ ਫੌਜ ਸੀ। 4 ਜੰਗ ਲੜੇ ਤੇ 4ਾਂ ਦੇ ਦਲ ਭੰਨ ਕੇ ਰੱਖ ਦਿੱਤੇ ਮਹਾਰਾਜ। 6ਵੇਂ ਪਾਤਸ਼ਾਹ ਨੇ ਐਸੇ ਦਲ ਭੰਜਨ ਗੁਰਸੂਰਮੇ ਨੇ। ਸਤਿ ਸ੍ਰੀ ਅਕਾਲ। ਮੁਖਲਸ ਖਾਂ ਵਰਗੇ, ਲੱਲਾ ਬੇਗ ਵਰਗੇ, ਕੰਬਰ ਬੇਗ ਵਰਗੇ, ਪੈਂਦੇ ਖਾਂ ਵਰਗੇ ਵੱਡੇ ਵੱਡੇ ਜਰਨੈਲ ਮਹਾਰਾਜ ਜੀ ਨੇ ਮਾਰ ਘੱਤੇ। ਤੇ ਦੇਵਤੇ ਕਹਿ ਰਹੇ ਨੇ, ਕਹਿੰਦੇ ਦੁਸ਼ਮਣਾਂ ਦਾ, ਮਲੇਛਾਂ ਦਾ, ਦਲਾਂ ਦਾ ਨਾਸ਼ ਕਰਨ ਵਾਲੇ ਬਲਵਾਨ ਹੋਣਗੇ। ਦੀਨਨ ਦਾਸਨ ਸਹਿਤੇ ਉਪਾਸਨ। ਜਿਹੜੇ ਦੀਨਾਂ ਦੇ ਜਿਹੜੇ ਦੀਨ ਦਾਸ ਨੇ, ਜਿਹੜੇ ਉਪਾਸ਼ਨਾ ਦੇ ਸਹਿਤ ਨੇ, ਦੀਨ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਪਾਸ਼ਨਾ ਕਰਦੇ ਨੇ, ਉਹਨਾਂ ਨੂੰ ਆਰਾਧਦੇ ਹਨ। ਤਿਨ ਕੋ ਰਚਕ ਹੋਏ ਮਹਾਨ। ਉਹਨਾਂ ਦੀ ਰੱਖਿਆ ਕਰਨ ਵਾਲੇ ਹਨ। ਜਿਹੜੇ ਮਹਾਰਾਜ ਜੀ ਦੇ ਚਰਨਾਂ 'ਚ ਦੀਨ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਉਪਾਸ਼ਨਾ ਕਰਦੇ ਨੇ, ਉਹਨਾਂ ਦੀ ਰੱਖਿਆ ਕਰਨ ਵਾਲੇ ਰੱਖਿਅਕ ਨੇ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ। ਨਹੀਂ ਅਰਨ ਕੋ ਅਰਨ ਦੇਂਗੇ। ਜਿਹੜੇ ਵੈਰੀਆਂ ਨੂੰ ਅੜਨ ਨਹੀਂ ਦੇਣਗੇ। ਅਰਨ ਨਾਮ ਵੈਰੀ ਦਾ ਹੈ ਤੇ ਅਰਨ ਨਾਮ ਅੜਨ ਦਾ ਵੀ ਹੈ। ਕਹਿੰਦੇ ਜਿਹੜੇ ਵੈਰੀਆਂ ਨੂੰ ਅੜਨ ਨਹੀਂ ਦੇਣਗੇ ਆਪਣੇ ਸਾਹਮਣੇ, ਨਹੀਂ ਅਰਨ ਕੋ ਅਰਨ ਦੇਂਗੇ, ਵੈਰੀਆਂ ਨੂੰ ਆਪਣੇ ਸਾਹਮਣੇ ਅੜਨ ਨਹੀਂ ਦੇਣ ਲੱਗੇ। ਅਰੁਣ ਕਰੇ ਰਨ ਅਰਨ ਸਮਾਨ। ਕਹਿੰਦੇ ਜੰਗ ਦੇ ਮੈਦਾਨ ਵਿੱਚ ਜਦੋਂ ਜੰਗ ਲੜਨਗੇ ਤੇ ਸਾਰੀ ਧਰਤੀ ਦਾ ਰੰਗ ਇਉਂ ਕਰ ਦੇਣਗੇ ਜਿਵੇਂ ਲਾਲ ਰੰਗ ਹੁੰਦਾ। ਸਤਿ ਸ੍ਰੀ ਅਕਾਲ। ਅਰਨ ਕਹਿੰਦੇ ਨੇ ਸੂਰਜ ਨੂੰ, ਅਰਨ ਕਰਹਿ ਰਨ ਅਰਨ ਸਮਾਨ। ਕਹਿੰਦੇ ਜਿਵੇਂ ਸੂਰਜ ਦਾ ਲਾਲ ਰੰਗ ਹੁੰਦਾ ਨਾ, ਏਦਾਂ ਜੰਗ ਦੇ ਮੈਦਾਨ ਵਿੱਚ ਧਰਤੀ ਨੂੰ ਸੂਰਜ ਦੇ ਲਾਲ ਰੰਗ ਵਾਂਗੂ ਲਾਲ ਕਰ ਦੇਣਗੇ, ਵੈਰੀਆਂ ਦੇ ਲਹੂ ਨਾਲ, ਖੂਨ ਨਾਲ। ਨਮਸਕਾਰ ਕਰ ਸੁਰਗ ਸਿਧਾਰੇ। ਏਦਾਂ ਦੇਵਤਿਆਂ ਨੇ ਉਪਮਾ ਕੀਤੀ ਮਹਾਰਾਜ ਜੀ ਦੀ। ਮਹਾਰਾਜ ਜੀ ਨੂੰ ਨਮਸਕਾਰ ਕਰਕੇ, ਪ੍ਰਣਾਮ ਕਰਕੇ, ਪੰਜਵੇਂ ਪਾਤਸ਼ਾਹ ਨੂੰ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਕੇ ਦੇਵਤੇ ਵਾਪਸ ਦੇਵਪੁਰੀ ਨੂੰ ਗਏ ਹਨ। ਗੁਰ ਕੇ ਚਰਿਤ ਉਚਾਰਤ ਜਾਤ। ਔਰ ਜਦੋਂ ਜਾਂਦੇ ਨੇ, ਰਸਤੇ 'ਚ ਜਾਂਦਿਆਂ ਵੀ ਦੇਵਤੇ ਮਹਾਰਾਜ ਜੀ ਦੀ ਮਹਿਮਾ ਕਰਦੇ ਜਾ ਰਹੇ ਨੇ। ਸਤਿਗੁਰਾਂ ਦੇ ਚਰਿੱਤਰ, ਸਤਿਗੁਰਾਂ ਦੀ ਵਡਿਆਈ ਉਹ ਕਥਨ ਕਰਦੇ ਜਾ ਰਹੇ ਹਨ। ਕਲ ਯੁਗ ਵਿਖੇ ਪ੍ਰਕਾਸ਼ ਪੰਥ ਕੋ। ਕਹਿੰਦੇ ਕਲ ਯੁਗ ਦੇ ਵਿੱਚ ਮਹਾਰਾਜ ਜੀ ਨੇ ਮਹਾਨ ਵੱਡਾ ਪੰਥ ਸਾਜਿਆ ਗੁਰੂ ਨਾਨਕ ਸਾਹਿਬ ਨੇ। ਤੈਨੇ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਕੇ ਮਾਰਗ ਮਹਿ ਆਏ, ਤੇ ਕਬਹੂ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਨ ਕੇ ਪਰੇ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਖਾਲਸਾ ਜੀ ਐਸਾ ਪੰਥ ਗੁਰੂ ਪਾਤਸ਼ਾਹ ਨੇ
ਕਲੀ ਕਾਲ ਦੇ ਇਸ ਸਮੇਂ ਦੇ ਵਿੱਚ ਸੰਸਾਰ 'ਚ ਚਲਾਇਆ ਹੈ। ਸਤਨਾਮ ਸਿਮਰਨ ਅਵਦਾਤ। ਕਹਿੰਦੇ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਜਪਣਾ, ਇਹ ਹੁਕਮ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਾਂ ਨੂੰ ਕੀਤਾ ਹੈ ਤੇ ਨਾਮ ਜਪਣ ਦਾ ਸਿਧਾਂਤ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਕੀਤਾ ਹੈ। ਵੱਡੇ ਭਾਗ ਨਰ ਅੰਗੀਕਾਰੇ। ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਇਸ ਮਤ ਨੂੰ, ਇਸ ਪੰਥ ਨੂੰ, ਖਾਲਸਾ ਜੀ ਗੁਰੂ ਨਾਨਕ ਸਾਹਿਬ ਦਾ ਇਹ ਪੰਥ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਪੰਥ ਹੈ, ਇਸ ਪੰਥ ਨੂੰ ਵੱਡਿਆਂ ਭਾਗਾਂ ਵਾਲੇ ਧਾਰਨ ਕਰਨਗੇ ਜਿਨ੍ਹਾਂ ਦੇ ਨਸੀਬ ਚੰਗੇ ਨੇ, ਜਿਨ੍ਹਾਂ ਦੇ ਕਰਮ ਚੰਗੇ ਨੇ। ਪਾਵੇਂ ਮੁਕਤ ਹਿਰਦੇ ਕਰ ਸ਼ਾਂਤ। ਔਰ ਉਹਨਾਂ ਨੂੰ ਮੁਕਤੀ ਦਾ ਗਿਆਨ ਪ੍ਰਾਪਤ ਹੋਵੇਗਾ ਜਿਹੜੇ ਇਸ ਪੰਥ ਨੂੰ ਧਾਰਨਗੇ, ਔਰ ਤਿਨਾਂ ਦੇ ਹਿਰਦਿਆਂ ਨੂੰ ਗਿਆਨ ਤੇ ਸ਼ਾਂਤੀ ਦੀ ਦਾਤ ਪ੍ਰਾਪਤ ਹੋਵੇਗੀ। ਜੋਗ ਭੋਗ ਮੈਂ ਹਰਖ ਸੋਗ ਮੈਂ। ਜੋਗ ਤੇ ਭੋਗ ਵਿੱਚ, ਹਰਖ ਤੇ ਸੋਗ ਵਿੱਚ ਸਿਮਰੇ ਸਦਾ ਹੁਕਮ ਪ੍ਰਭ ਦਾਤ। ਮਹਾਰਾਜ ਜੀ ਦਾ ਹੁਕਮ ਹੈ ਵੀ ਸਿਮਰਨ ਕਰਨਾ ਹੈ। ਜੋਗ ਵਿੱਚ, ਭੋਗ ਵਿੱਚ, ਹਰਖ ਵਿੱਚ, ਸੋਗ ਵਿੱਚ ਹਰ ਵੇਲੇ ਸਿਮਰਨ ਕਰਨਾ, ਪਰਮੇਸ਼ਰ ਦਾ ਨਾਮ ਜਪਣਾ। ਗੁਰੂ ਸਾਹਿਬ ਜੀ ਨੇ ਇਹ ਹੁਕਮ ਕੀਤਾ ਹੈ ਆਪਣੇ ਸੇਵਕ ਨੂੰ। ਜਾਚਕ ਜਾਚਿਤ ਜੋ ਚਿਤ ਬਾਚਿਤ। ਜਿਹੜੇ ਜਾਚਕ ਬਣ ਕੇ ਮਹਾਰਾਜ ਜੀ ਦੇ ਚਰਨਾਂ 'ਚ ਬਾਂਛਾ ਰੱਖ ਕੇ ਜੋ ਵੀ ਆ ਕੇ ਮੰਗਦੇ ਹਨ। ਗੁਰੂ ਅਰਜਨ ਮਨ ਮੈਂ ਦੇ ਉਦਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਐਸੇ ਦਿਆਲੂ ਨੇ ਕਿ ਜਿਹੜੀ ਵੀ ਕੋਈ ਕਾਮਨਾ ਆ ਕੇ ਉਹਨਾਂ ਦੇ ਚਰਨਾਂ 'ਚੋਂ ਮੰਗਦਾ, ਮਹਾਰਾਜ ਜੀ ਝੱਟ ਉਹਦੀਆਂ ਇੱਛਾਵਾਂ ਪੂਰੀਆਂ ਕਰ ਦਿੰਦੇ। ਐਸੇ ਦਿਆਲੂ ਤੇ ਕਿਰਪਾਲੂ ਹਨ। ਢਾਡੀ ਡੋਮ ਪਾਟ ਬੋਆਏ। ਤਾਂ ਦੇਵਤੇ ਮਹਿਮਾ ਕਰਦੇ ਗਏ। ਖਾਲਸਾ ਜੀ ਇੰਨੇ ਨੂੰ ਢਾਡੀ ਆ ਗਏ ਮਹਾਰਾਜ ਜੀ ਦਾ ਜਸ ਕਰਨ ਮੰਗਣ ਵਾਸਤੇ। ਡੋਮ ਮਰਾਸ਼ੀ ਆ ਗਏ, ਭੱਟ ਆ ਗਏ, ਜਿਹੜੇ ਕਲਾਵਤ ਹੁੰਦੇ, ਕਲਾਵਾਂ ਵਿਖਾਉਣ ਵਾਲੇ, ਬਾਜੀਆਂ ਵਿਖਾਉਣ ਵਾਲੇ, ਉਹ ਵੀ ਆ ਗਏ ਮਹਾਰਾਜ ਜੀ ਦੇ ਮਹਿਲਾਂ ਵਿੱਚ। ਗਾਏ ਕਲਾਵਤ ਮੰਗਲ ਚਾਰ। ਕਲਾਵਤ ਆ ਕੇ ਮੰਗਲਾਚਾਰ ਗਾਉਂਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ। ਦਰਬ ਦੀਨ ਲੈ ਆਸ਼ਿਕ ਉਚਰਤ। ਮਹਾਰਾਜ ਜੀ ਨੂੰ ਕਹਿੰਦੇ ਵਧਾਈ ਹੋਵੇ ਮਹਾਰਾਜ, ਸਾਨੂੰ ਵਧਾਈ ਦਿਓ। ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਦਾਨ ਕਰਦੇ, ਮਾਇਆ ਦੇ ਗੱਫੇ ਵਰਤਾਉਂਦੇ। ਮਹਾਰਾਜ ਜੀ ਕੋਲੋਂ ਦਾਨ ਲੈ ਕੇ ਸਭ ਅਸੀਸਾਂ ਦਿੰਦੇ। ਇਹ ਬਾਲਕ ਚਿਰੰਜੀਵੀ ਹੋਵੇ, ਇਸ ਬਾਲਕ ਦੀ ਲੰਮੀ ਉਮਰ ਹੋਵੇ, ਜੁਗਾਂ ਜੁਗਾਂ ਤਾਈਂ ਜੀਵੇ। ਏਦਾਂ ਉਹ ਜਿਹੜੇ ਭੱਟ ਤੇ ਕਲਾਵਤ ਤੇ ਢਾਡੀ ਨੇ ਜਸ ਕਰਦੇ ਹਨ, ਅਸੀਸਾਂ ਦਿੰਦੇ ਹਨ। ਜੀਵੋ ਜੁਗ ਜੁਗ ਪੁੱਤਰ ਤੁਮਾਰੇ। ਇਹ ਪੰਜਵੇਂ ਪਾਤਸ਼ਾਹ ਤੁਹਾਡਾ ਪੁੱਤ ਜੁਗਾਂ ਜੁਗਾਂ ਤਾਈਂ ਜੀਵੇ। ਨਾਲੇ ਮਹਾਰਾਜ ਜੀ ਕੋਲ ਦਾਨ ਲੈਂਦੇ, ਨਾਲੇ ਅਸੀਸਾਂ ਦਿੰਦੇ। ਕਹਿੰਦੇ ਮਹਾਰਾਜ ਤੁਹਾਡਾ ਪੁੱਤਰ ਜੁਗਾਂ ਜੁਗਾਂ ਤਾਈਂ ਜੀਵੇ। ਵਸਤਰ ਅੰਨ ਭੂਖਨ ਤੇ ਆਦਿਕ। ਮਹਾਰਾਜ ਜੀ ਕਿਸੇ ਨੂੰ ਵਸਤਰ ਦਾਨ ਕਰਦੇ ਨੇ, ਕਿਸੇ ਨੂੰ ਅੰਨ, ਕਿਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਮਾਇਆ ਦਾ ਗੱਫਾ ਵੀ ਵਰਤਾਉਂਦੇ ਹਨ। ਬਖਸ਼ੇ ਗੁਰੂ ਨਾ ਲਾਵੇਂ ਬਾਰ। ਮਹਾਰਾਜ ਜੀ ਦਾਨ ਕਰਨ ਵੇਲੇ ਦੇਰੀ ਨਹੀਂ ਲਾਉਂਦੇ। ਜਿਹੜਾ ਵੀ ਸ਼ਰਨ ਚ ਆ ਕੇ ਮੰਗਦਾ ਹੈ, ਮਹਾਰਾਜ ਜੀ ਸਭ ਦੀਆਂ ਝੋਲੀਆਂ ਭਰਦੇ ਹਨ। ਤੁਰਹੀ ਢੋਲ ਨਗਾਰੇ ਬਾਜੇ। ਪਾਤਸ਼ਾਹ ਦੇ ਦਰਾਂ ਮੁਰੇ ਤੁਰਰੀਆਂ, ਢੋਲ, ਨਗਾਰੇ, ਰਣ ਸਿੰਘੇ ਇਹ ਵੱਜਦੇ ਹਨ। ਮ੍ਰਿਦੁਲ ਮਿਰਦੰਗ ਰਬਾਬ ਸਤਾਰੇ। ਇਹਦੇ ਬੜੇ ਮਿਰਦੁਲ ਮਰਦੰਗ ਵੱਜਦੀ ਹੈ, ਰਬਾਬ ਵੱਜਦੀ ਹੈ ਮਹਾਰਾਜ ਜੀ ਦੇ ਆਸਣ ਤੇ, ਪਾਤਸ਼ਾਹ ਦੇ ਦਰਾਂ ਤੇ। ਗਾਵੇਂ ਸ਼ਬਦ ਰਬਾਬੀ ਗਰਾਗਨ। ਜਿਹੜੇ ਮਹਾਰਾਜ ਜੀ ਦੇ ਰਬਾਬੀ ਨੇ, ਰਬਾਬੀਆਂ ਦੀਆਂ ਤੰਤਾਂ ਛੇੜ ਕੇ, ਮਿਰਦੰਗ ਵਜਾ ਕੇ, ਹੋਰ ਜਿਹੜੇ ਸਾਜ਼ ਨੇ ਉਹਨਾਂ ਨੂੰ ਨਾਲ ਮਿਲਾ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹਨ। ਰੱਬੀ ਬਾਣੀ ਦਾ ਕੀਰਤਨ ਗਾਇਨ ਕਰਦੇ। ਮਨ ਚਾਹੋ ਭਇਆ ਪ੍ਰਭ ਆਗਮ ਸੁਣਿਆ, ਮਨ ਚਾਹੋ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਏਦਾਂ ਬੜੇ ਰੀਝ ਰੀਝ ਕੇ ਸ਼ਬਦ ਗਾਉਂਦੇ ਹਨ। ਸਤਨਾਮ ਕੋ ਜਸ ਵਿਸਤਾਰ। ਸੱਚੇ ਨਾਮ ਦਾ ਜਸ ਦਾ ਜਿਹਦੇ ਵਿੱਚ ਵਿਸਥਾਰ ਹੈ, ਐਸੀ ਬਾਣੀ ਦਾ ਕੀਰਤਨ ਕਰਦੇ ਹਨ। ਪਇਓ ਕੁਲਾਹਲ ਕੋਤਕ ਦੇਖੇ। ਕਹਿੰਦੇ ਬੜੀ ਖੁਸ਼ੀ ਹੋ ਰਹੀ ਆ, ਗੁਰੂ ਘਰ ਚ ਅਨੇਕ ਪ੍ਰਕਾਰ ਦੇ ਕੌਤਕ ਵੇਖਣ ਨੂੰ ਮਿਲ ਰਹੇ ਨੇ।
ਪਾਵੇਂ ਨਟ ਬਾਜੀ ਹਿਤ ਤਾਰ। ਕਈ ਜਿਹੜੇ ਨੱਟ ਵਗੈਰਾ ਹੁੰਦੇ ਅਕਸਰ ਪਿੰਡਾਂ ਨਗਰਾਂ 'ਚ ਫਿਰਦੇ ਹੁੰਦੇ ਸਨ, ਪਹਿਲਾਂ ਬਾਜੀਆਂ ਪਾਉਂਦੇ, ਉਹਨਾਂ ਨੂੰ ਪਤਾ ਲੱਗਾ ਗੁਰੂ ਘਰੋਂ ਦਾਨ ਪ੍ਰਾਪਤ ਹੋਵੇਗਾ, ਖੁਸ਼ੀ ਆਈ ਹੈ, ਉਹ ਵੀ ਪਹੁੰਚ ਗਏ ਹਨ। ਜਿਵੇਂ ਜੋੜ ਮੇਲਾ ਹੁੰਦਾ ਏਦਾਂ ਬਣ ਗਿਆ ਘਰ ਦਾ ਮਾਹੌਲ। ਅਪਰ ਸਿੱਖ ਸੇਵਕ ਦੇ ਧਨ ਕੋਲੇ। ਖਾਲਸਾ ਜੀ ਜਿਹੜੇ ਗੁਰੂ ਕੇ ਸਿੱਖ ਆਏ ਨੇ, ਸੇਵਕ ਆਏ ਨੇ, ਉਹ ਵੀ ਦਾਨ ਕਰਦੇ ਹਨ। ਲੈ ਮੰਗਤ ਜੈਕਾਰ ਉਚਾਰ। ਜਿਹੜੇ ਮੰਗਤੇ ਨੇ ਉਹ ਧਨ ਲੈ ਕੇ ਜੈ ਜੈਕਾਰ ਮਹਾਰਾਜ ਜੀ ਦੀ ਕਰਦੇ, ਗੁਰੂ ਘਰ ਦੀ ਸੋਭਾ ਕਰਦੇ ਹਨ। ਕਹਿ ਲਗ ਕਉ ਮੈਦ ਉਤਸਾਹੋ। ਕਹਿੰਦੇ ਕਿੱਥੋਂ ਤੱਕ ਇਹ ਵੱਡਾ ਭਾਰੀ ਉਤਸ਼ਾਹ ਦਸੀਏ, ਕਿੱਥੋਂ ਤਾਈਏ ਵੱਡੀ ਭਾਰੀ ਉਪਮਾ ਕਹੀਏ। ਸਭਨ ਇਨ ਰਿਦ ਆਨੰਦ ਬਿਲੰਦ। ਸਭ ਦੇ ਹਿਰਦਿਆਂ ਵਿੱਚ ਬੜਾ ਭਾਰੀ ਆਨੰਦ ਵਰਤ ਰਿਹਾ ਹੈ। ਚਿਰ ਜੀਵੇ ਆਸ਼ਿਕ ਮੁਖ ਪਾਖਤ। ਜਿੰਨੇ ਆਏ ਨੇ ਸਭ ਇਹੀ ਕਹਿੰਦੇ ਚਿਰਜੀਵੀ ਹੋਵੇ ਬਾਲਕ, ਚਿਰਜੀਵੀ ਹੋਵੇ, ਏਦਾਂ ਅਸੀਸਾਂ ਦਿੰਦੇ ਨੇ। ਚਿਰੰਕਾਲ ਕੇ ਚਾਹਤ ਨੰਦ। ਕਹਿੰਦੇ ਬੜੇ ਲੰਮੇ ਅਰਸੇ ਤੋਂ ਸਾਹਿਬ ਚਾਹੁੰਦੇ ਸੀ ਗੁਰੂ ਘਰ ਵਿੱਚ ਸਾਹਿਬਜ਼ਾਦਾ ਹੋਵੇ, ਅਕਾਲ ਪੁਰਖ ਜੀ ਨੇ ਕਿਰਪਾ ਕੀਤੀ ਹੈ। ਪੂਰਨ ਆਸ ਕੀਨ ਗੁਰ ਨਾਨਕ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਸ ਪੂਰਨ ਕੀਤੀ ਆ ਮਾਂ ਗੰਗਾ ਦੀ। ਬਿਖੋ ਦ੍ਰਿਗਨ ਤੇ ਨਿਤ ਸੁਖ ਕੰਦ। ਕਹਿੰਦੇ ਨਿਤ ਹੁਣ ਦਰਸ਼ਨ ਕਰੀਏ ਸੁੱਖਾਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਇਮ ਕਹਿ ਜਾਚਕ ਘਰ ਗਮਨੇ। ਏਦਾਂ ਜਿਹੜੇ ਜਾਚਕ ਲੋਕ ਆਏ ਸੀ ਮਹਾਰਾਜ ਜੀ ਦਾ ਜਸ ਕਰਦਿਆਂ ਆਪਣਿਆਂ ਘਰਾਂ ਨੂੰ ਵਾਪਸ ਪਰਤੇ ਹਨ। ਸ੍ਰੀ ਅਰਜਨ ਕੋ ਸੁਜਸ ਪਨੰਦ। ਔਰ ਜਾਂਦਿਆਂ ਗੁਰੂ ਅਰਜਨ ਦੇਵ ਸਾਹਿਬ ਦੀ ਮਹਿਮਾ ਕਰਦੇ ਜਾਂਦੇ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਵਡਿਆਈਆਂ ਕਰਦੇ, ਸਿਫਤਾਂ ਕਰਦੇ ਜਾਂਦੇ ਹਨ। ਗ੍ਰਾਮ ਵਡਾਲੀ ਘਰ ਘਰ ਮੰਗਲ। ਗੁਰੂ ਘਰ ਦੇ ਵਿੱਚ ਤਾਂ ਖੁਸ਼ੀ ਹੈ ਹੀ ਹੈ, ਵਡਾਲੀ ਨਗਰ ਦੇ ਹਰ ਘਰ ਦੇ ਵਿੱਚ ਆਨੰਦ ਹੈ। ਸਭ ਘਰਾਂ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ, ਦੀਵੇ ਬਾਲ ਕੇ ਦੀਪਮਾਲਾ ਕੀਤੀ ਜਾ ਰਹੀ ਹੈ। ਕਰਤ ਹਰਖ ਪਰ ਗਨ ਨਰ ਨਾਰ। ਜਿਤਨੇ ਨਰ ਨਾਰੀਆਂ ਨੇ ਖੁਸ਼ੀ ਦੀ ਲਹਿਰ ਸਭ ਦੇ ਅੰਦਰ, ਸਭ ਦਾ ਹਿਰਦਾ ਖੇੜੇ ਨਾਲ ਖਿੜਿਆ ਹੋਇਆ ਹੈ। ਜਾਮ ਦਿਵਸ ਜਬ ਚੜਿਓ ਆਨੰਦਿਤ। ਕਹਿੰਦੇ ਏਦਾਂ ਪਹਿਰ ਦਿਨ ਚੜ ਗਿਆ ਜਦੋਂ ਬੜੇ ਆਨੰਦ ਦੇ ਵਿੱਚ। ਬੁੱਢਾ ਸਾਹਿਬ ਸੰਤ ਉਦਾਰ। ਮਹਾਨ ਬ੍ਰਹਮ ਗਿਆਨੀ ਮਹਾਂਪੁਰਖ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਵੀ ਹੁਣ ਪਤਾ ਹੋਣਾ ਸੀ ਉੱਥੇ ਸੁਧ ਮਿਲੀ ਹੈ। ਕਹਿੰਦੇ ਜਦੋਂ ਪਹਿਰਕ ਦਿਨ ਚੜਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੜੀ ਖੁਸ਼ੀ ਆਨੰਦ ਪ੍ਰਾਪਤ ਹੋਇਆ। ਲੈ ਗੁਰਦਾਸ ਸੰਗ ਤਬ ਆਇਓ। ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਨਾਲ ਲਿਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਉਹਨਾਂ ਨੂੰ ਆਪਣੇ ਨਾਲ ਲੈ ਕੇ ਤੇ ਵਡਾਲੀ ਨਗਰ ਆਏ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਲਈ। ਦਰਸ਼ਨ ਕਾਰਨ ਗੁਰ ਦਰਬਾਰ। ਇਹ ਜਾ ਕੇ ਮਹਾਨ ਤੇਜਸਵੀ ਬਾਲਕ ਦੇ ਦਰਸ਼ਨ ਕਰੀਏ ਜੋ ਅਕਾਲ ਪੁਰਖ ਜੀ ਬਾਲ ਰੂਪ ਹੋ ਕੇ ਆਏ ਨੇ। ਬਾਲ ਰੂਪ ਭਗਵਾਨ ਜੀ ਦੇ ਦਰਸ਼ਨ ਕਰੀਏ, ਇਹ ਮਨ ਦੇ ਵਿੱਚ ਇੱਛਾ ਧਾਰਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਆਏ ਹਨ। ਉਤਸਵ ਅਧਿਕ ਕੁਲਾਹਲ ਹੋਵਤ। ਅੱਗੇ ਜਦੋਂ ਵਡਾਲੀ ਨਗਰ ਪਹੁੰਚੇ ਬੜਾ ਉਤਸਵ, ਬੜੀ ਖੁਸ਼ੀ, ਘਰ ਘਰ ਦੇ ਵਿੱਚ ਆਨੰਦ ਵੱਜ ਰਿਹਾ ਹੈ। ਲਘੂ ਦੁੰਦਪ ਕੀ ਧੁਨ ਸੁਨ ਚਾਰੂ। ਮਹਾਰਾਜ ਜੀ ਦੇ ਮਹਿਲਾਂ ਦੇ ਦਰਵਾਜ਼ਿਆਂ ਤੇ ਬਾਹਰ ਛੋਟੇ ਨਗਾਰਿਆਂ ਦੀ ਆਵਾਜ਼ ਦੂਰ ਤੱਕ ਸੁਣਾਈ ਦੇ ਰਹੀ। ਬਾਬਾ ਜੀ ਨੇ ਵੀ ਸੁਣੀ। ਪੁੱਤਰ ਜਨਮ ਗੁਰ ਘਰ ਮੈਂ ਹੋਇਓ। ਗੁਰੂ ਘਰ ਦੇ ਵਿੱਚ ਸਾਹਿਬਜ਼ਾਦੇ ਦਾ ਜਨਮ ਹੋਇਆ, ਪੁੱਤਰ ਦਾ ਜਨਮ ਹੋਇਆ ਹੈ। ਸੁਨਤ ਆਨੰਦਤ ਦਰਸ਼ਨ ਕੀਨ। ਕਹਿੰਦੇ ਜਿਹੜਾ ਵੀ ਸੁਣਦਾ ਬੜਾ ਆਨੰਦਿਤ ਹੁੰਦਾ। ਬਾਬਾ ਬੁੱਢਾ ਸਾਹਿਬ ਜੀ ਵੀ ਬੜੇ ਆਨੰਦਿਤ ਹੋ ਕੇ ਆਏ ਤੇ ਦਰਸ਼ਨ ਕਰਨਾ ਚਾਹੁੰਦੇ ਨੇ। ਹਾਥ ਬੰਦ ਪਦ ਬਦਨ ਕਰਕੇ। ਕਹਿੰਦੇ ਹੱਥ ਜੋੜ ਕੇ ਆ ਕੇ ਪੰਚਮ ਪਾਤਸ਼ਾਹ ਨੂੰ ਨਮਸਕਾਰ ਕੀਤੀ। ਬੌਰ ਵਧਾਈ ਦਈ ਪਰਬੀਨ। ਬਾਬਾ ਬੁੱਢਾ ਸਾਹਿਬ ਜੀ ਨੇ ਵਧਾਈ ਦਿੱਤੀ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਗਰੀਬ ਨਵਾਜ ਪਾਤਸ਼ਾਹ ਸਾਹਿਬਜ਼ਾਦੇ ਦੇ ਅਵਤਾਰ ਦੀਆਂ ਆਪ ਜੀ ਨੂੰ ਕਰੋੜਾਂ ਕਰੋੜਾਂ ਵਧਾਈਆਂ ਹੋਵਣ। ਬਾਬਾ ਬੁੱਢਾ ਸਾਹਿਬ ਜੀ ਵਧਾਈ ਦਿੰਦੇ। ਮਹਾਰਾਜ ਪੰਜਵੇਂ ਪਾਤਸ਼ਾਹ ਵਧਾਈਆਂ ਹੋਵਣ, ਆਪ ਜੀ ਨੂੰ ਲੱਖਾਂ ਲੱਖਾਂ ਵਧਾਈਆਂ ਹੋਵਣ। ਚਿਰੰਜੀਵ ਥੀਵੋ ਕੁਲ ਭੂਖਨ। ਚਿਰੰਜੀਵੀ ਥੀਵੇ ਕੁਲ ਦਾ ਭੂਖਣ ਹੋਵੇ। ਸੁਜਾਸੇ ਅਦੂਖਨ ਬਲ ਮੈਂ ਪੀਨ। ਜਿਨ੍ਹਾਂ ਦਾ ਸੁਜਸ ਦੋਸ਼ ਰਹਿਤ ਹੋ ਕੇ ਪਸਰੇਗਾ,
ਜੋ ਬਲ ਚ ਬੜੇ ਬਲਵਾਨ ਹੋਣਗੇ, ਵਿਸ਼ਾਲ ਭੁਜਦੰਡਿਆਂ ਵਾਲੇ ਹੋਣਗੇ। ਰਾਜ ਸਾਜ ਐਸ਼ਵਰਜ ਸਮਾਜੂ, ਰਾਜ ਸਾਜ ਐਸ਼ਵਰਜ ਦਾ ਜਿਤਨਾ ਸਮਾਜ ਹੈ, ਜੋਗ ਭੋਗ ਦੋਇਨ ਸੁਖ ਲੀਨ, ਜੋਗ ਤੇ ਭੋਗ ਦੋਨਾਂ ਦਾ ਇਹ ਸੁਖ ਮਾਣਨਗੇ, ਐਸੇ ਮਹਾਨ ਤਪਸਵੀ ਹਨ। ਸ਼੍ਰੀ ਅਰਜਨ ਬ੍ਰਿਧ ਕੋ ਬਾਡੇ ਆਦਰ, ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਉਂਦਿਆਂ ਬਚਨ ਕਹੇ, ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਾਬਾ ਜੀ ਦਾ ਬੜਾ ਆਦਰ ਕੀਤਾ। ਪੰਜਵੇਂ ਗੁਰਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਬੜਾ ਸਤਿਕਾਰ ਕੀਤਾ। ਮ੍ਰਿਦੁਲ ਬਾਕ ਕਹਿ ਕੀਨ ਮਾਨ, ਔਰ ਮਿਰਦਲ ਵਚਨ ਕਹਿ ਕੇ ਮਹਾਰਾਜ ਜੀ ਨੇ ਬੜਾ ਸਨਮਾਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਦਾ। ਸ਼੍ਰੀ ਨਾਨਕ ਕੇ ਸੇਵਕ ਤੁਮ ਹੋ, ਕਹਿਣ ਲੱਗੇ, ਹੇ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਸੇਵਕ ਹੋ। ਤੁਸੀਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਵੱਡਿਆਂ ਸਤਿਗੁਰਾਂ ਦੀ ਸੇਵਾ ਕੀਤੀ ਹੈ। ਹਰਖ ਸ਼ੋਕ ਮੈਂ ਬ੍ਰਿਤੀ ਸਮਾਨ, ਹਰਖ ਵਿੱਚ ਸੋਗ ਵਿੱਚ ਤੁਹਾਡੀ ਇੱਕ ਰਸ ਸਮਾਨ ਬਿਰਤੀ ਹੈ। ਭਸਮ ਵਿਖੇ ਪਾਵਕ ਜਿਮ ਛਪਰੇ, ਜਿਵੇਂ ਭਸਮ ਦੇ ਵਿੱਚ ਅੱਗ ਛੁਪੀ ਹੁੰਦੀ ਹੈ ਨਾ, ਸਵਾਹ ਦੇ ਵਿੱਚ ਜਿਵੇਂ ਅੱਗ ਛੁਪੀ ਹੁੰਦੀ ਹੈ, ਸਕਲ ਕਲਾ ਜੁਤ ਪੂਰਨ ਗਿਆਨ, ਇਸੇ ਤਰ੍ਹਾਂ ਸਰਬ ਕਲਾ ਦੇ ਸਹਿਤ ਪੂਰਨ ਗਿਆਨ ਤੁਸੀਂ ਆਪਣੇ 'ਚ ਲੁਕਾ ਕੇ ਰੱਖਿਆ ਹੋਇਆ, ਆਪਣੇ ਵਿੱਚ ਛੁਪਾ ਕੇ ਰੱਖਿਆ ਹੋਇਆ। ਬਚਨ ਅਮਿਟ ਦੁੱਖ ਕਟੇ ਬਿਕਟ ਜੋ, ਬਾਬਾ ਜੀ ਤੁਹਾਡੇ ਬਚਨ ਅਮਿਟ ਨੇ, ਜਿਹੜੇ ਮਿਟਣ ਵਾਲੇ ਨਹੀਂ। ਜਦੋਂ ਬਚਨ ਕਰ ਦਿੰਦੇ ਜੇ ਤੇ ਜਿਹਦੇ ਪ੍ਰਤੀ ਕਰਦੇ ਹੋ ਉਹਦੇ ਦੁੱਖ ਕੱਟ ਦਿੰਦੇ ਹੋ। ਤੁਹਾਡੇ ਬਚਨ ਦੁੱਖ ਕੱਟਣ ਵਾਲੇ ਨੇ ਔਰ ਅਮਿਟ ਨੇ, ਨਾ ਮਿਟਣ ਵਾਲੇ ਨੇ। ਧੰਨ ਤਮ ਤੁਮ ਬੜੇ ਸੁਜਾਨ, ਧੰਨ ਹੋ ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਧੰਨ ਹੋ, ਵੱਡੇ ਸੁਜਾਨ ਪੁਰਖ ਹੋ। ਰਾਵਰ ਬਰ ਪ੍ਰਤਾਪ ਏ ਹੋਆ, ਬਾਬਾ ਜੀ ਤੁਹਾਡੇ ਬਚਨਾਂ ਦੇ ਪ੍ਰਤਾਪ ਨਾਲ ਹੀ ਹੋਇਆ ਇਹ ਸਭ ਕੁਝ। ਇਹ ਤੁਹਾਡੇ ਬਚਨਾਂ ਦੀ ਕਲਾ ਵਰਤੀ ਹੈ। ਦੀਨਸ ਦਾਸੀ ਕੋ ਸੁਖ ਦਾਨ, ਤੁਸੀਂ ਗੁਰੂ ਘਰ ਦੀ ਦਾਸੀ ਗੰਗਾ ਨੂੰ ਪੁੱਤਰ ਦਾ ਦਾਨ ਦਿੱਤਾ ਆਪਣੇ ਬਚਨ ਕਰਕੇ। ਜਿਸ ਪਰ ਕਿਰਪਾ ਕਰੋ ਇਤ ਠਾਨੋ, ਬਾਬਾ ਜੀ ਜਿਹਦੇ ਤੇ ਤੁਸੀਂ ਕਿਰਪਾ ਕਰਦੇ ਹੋ ਉਹਦੇ ਨਾਲ ਤੁਸੀਂ ਆਪਣਾ ਹਿੱਤ ਕਰਦੇ ਹੋ। ਤਿਸ ਕੇ ਚਾਰ ਪਦਾਰਥ ਪਾਨ, ਬਾਬਾ ਬੁੱਢਾ ਸਾਹਿਬ ਜੀ ਜਿਹਦੇ ਨਾਲ ਤੁਸੀਂ ਹਿੱਤ ਕਰਕੇ ਕਿਰਪਾ ਕਰਦੇ ਹੋ ਉਹਨੂੰ ਚਾਰੇ ਪਦਾਰਥ ਬਖਸ਼ ਦਿੰਦੇ ਹੋ। ਐਸੇ ਦਿਆਲੂ ਮਹਾਂਪੁਰਖ ਹੋ ਤੁਸੀਂ। ਉਹਨੂੰ ਚਾਰੇ ਪਦਾਰਥ ਹੱਥ 'ਚ ਪ੍ਰਾਪਤ ਹੋ ਜਾਂਦੇ ਨੇ। ਤਪ ਮੈਂ ਪ੍ਰੀਤ ਤਪੋ ਤਪ ਦੀਰਗ, ਤਪ ਦੇ ਵਿੱਚ ਤੁਹਾਡੀ ਪ੍ਰੀਤ ਆ ਤੇ ਹਮੇਸ਼ਾ ਭਾਰੀ ਤਪੱਸਿਆ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਕਰੜੀ ਘਾਲਣਾ ਘਾਲਦੇ ਹੋ। ਗੁਰ ਸਿੱਖਨ ਮੈਂ ਮੁਖੀ ਮਹਾਨ, ਜਿੰਨੇ ਗੁਰੂ ਘਰ ਦੇ ਸਿੱਖ ਨੇ ਉਹਨਾਂ ਵਿੱਚੋਂ ਤੁਸੀਂ ਸਭ ਚੋਂ ਮੁਖੀ ਹੋ, ਪ੍ਰਮੁੱਖ ਹੋ। ਤੁਮਰੀ ਮਹਿਮਾ ਕੌਣ ਸਕੇ ਕੇ, ਕੌਣ ਹੈ ਐਸਾ ਜਿਹੜਾ ਤੁਹਾਡੀ ਮਹਿਮਾ ਕਹਿ ਸਕੇ। ਸੰਤ ਰੂਪ ਪਰਮੇਸ਼ਰ ਮਾਨ, ਤੁਸੀਂ ਸੰਤ ਰੂਪ ਹੋ ਤੇ ਸੰਤ ਤੇ ਪਰਮੇਸ਼ਰ 'ਚ ਭੇਦ ਕੋਈ ਨਹੀਂ ਹੁੰਦਾ। ਸੰਤ ਪਰਮੇਸ਼ਰ ਦਾ ਹੀ ਰੂਪ ਹੁੰਦੇ ਹਨ। ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸੰਤ ਰੂਪ ਹੋ। ਸੁਨ ਗੁਰਦਾਸ ਗੁਰੂ ਕੇ ਬਾਕਨ, ਜਦੋਂ ਪੰਜਵੇਂ ਪਾਤਸ਼ਾਹ ਨੇ ਬਚਨ ਕਹੇ ਨਾ ਤੇ ਲਾਗੇ ਭਾਈ ਗੁਰਦਾਸ ਸਾਹਿਬ ਜੀ ਬੈਠੇ, ਉਹ ਵੀ ਕੋਲੋਂ ਹਾਮੀ ਭਰ ਕੇ ਬੋਲੇ, ਕਹਿਣ ਲੱਗੇ, ਸਨਮਾਨਤ ਬੋਲਿਓ ਕਰ ਬੰਦ, ਬੜਾ ਸਨਮਾਨ ਕਰਦੇ ਹੱਥ ਜੋੜ ਕੇ ਮਹਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬੋਲੇ, ਸਤ ਕਹਿਤ ਸਰਭਾਗਯ ਪ੍ਰਭੂ ਤੁਮ, ਕਹਿਣ ਲੱਗੇ, ਹੇ ਪ੍ਰਭੂ ਜੀ ਤੁਸੀਂ ਸਤ ਕਹਿੰਦੇ ਹੋ, ਤੁਸੀਂ ਸਰਬੱਗ ਹੋ ਪ੍ਰਭੂ ਜੀ। ਪੂਰਨ ਸਭ ਗੁਣ ਗਿਆਨ ਬਿਲੰਦ, ਵਾਕਈ ਬਾਬਾ ਬੁੱਢਾ ਸਾਹਿਬ ਜੀ ਪਰਿਪੂਰਨ ਹਨ ਔਰ ਗਿਆਨ ਵਿੱਚ ਮਹਾਨ ਨਿਪੁੰਨ ਬ੍ਰਹਮ ਗਿਆਨੀ ਹਨ। ਪੰਜ ਗੁਰਨ ਕੇ ਦਰਸ਼ਨ ਪਰਸੇ, ਧੰਨ ਹਨ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਪੰਜ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹਨ। ਸੇਵਾ ਕੀ ਨਸਲੀਨ ਆਨੰਦ, ਔਰ ਪੰਜ ਪਾਤਸ਼ਾਹੀਆਂ ਦੀ ਸੇਵਾ ਆਪ ਜੀ ਤਾਂ ਹੀ ਕਰ ਰਹੇ ਨੇ ਔਰ ਸੇਵਾ ਕਰਕੇ ਪਰਮ ਆਨੰਦ ਨੂੰ ਇਹਨਾਂ ਨੇ ਪ੍ਰਾਪਤ ਕੀਤਾ ਹੈ। ਸਰਬ ਪ੍ਰਸੰਨ ਭਏ ਹੈ ਇਨ ਪਰ, ਤੇ ਵੱਡੇ ਸਤਿਗੁਰੂ ਜੀ ਤੁਹਾਡੇ ਤਾਂ ਹੀ ਪੰਜੇ ਪਾਤਸ਼ਾਹਾਂ ਨੇ ਬਾਬਾ ਬੁੱਢਾ ਸਾਹਿਬ ਜੀ ਤੇ ਸਭ ਨੇ ਖੁਸ਼ੀਆਂ ਕੀਤੀਆਂ, ਸਭ ਨੇ ਪ੍ਰਸੰਨਤਾ ਕੀਤੀ ਹੈ। ਅਪਰ ਨ ਜਨੀਤ ਇਨੋ ਮਨਿੰਦ, ਇਹਨਾਂ ਦੇ ਮਨਿੰਦ ਇਹਨਾਂ ਦੇ ਸਮਾਨ ਹੋਰ ਕੋਈ ਦੂਸਰਾ ਨਹੀਂ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਫਿਰ ਗੁਰੂ ਅੰਗਦ ਸਾਹਿਬ ਜੀ ਨੇ
ਫਿਰ ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ, ਗੁਰੂ ਅਰਜਨ ਦੇਵ ਸਾਹਿਬ, ਫਿਰ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ 'ਚ ਜਿਨ੍ਹਾਂ ਨੇ ਆਪਣਾ ਸਰੀਰ ਤਿਆਗਿਆ, ਕੌਣ ਹੋ ਸਕਦਾ ਬਾਬਾ ਬੁੱਢਾ ਸਾਹਿਬ ਜੀ ਵਰਗਾ। ਧੰਨ ਨੇ ਬਾਬਾ ਬੁੱਢਾ ਸਾਹਿਬ ਜੀ। ਇਮ ਬ੍ਰਿਧ ਕੇ ਗੁਣ ਬ੍ਰਿਧ ਪਨੇ ਤਬ। ਭਾਈ ਗੁਰਦਾਸ ਜੀ ਨੇ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਮਹਿਮਾ ਵਰਣਨ ਕੀਤੀ, ਵੱਡੇ ਗੁਣ ਵਰਣਨ ਕੀਤੇ। ਰਹਿਤ ਪਏ ਸ਼੍ਰੀ ਸਤਿਗੁਰ ਪਾਸ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਮਹਾਰਾਜ ਜੀ ਦੇ ਕੋਲ ਹੀ ਟਿਕ ਗਏ, ਅੱਜ ਇੱਥੇ ਹੀ ਰਹੇ। ਰਾਮਦਾਸਪੁਰ ਮੈਂ ਸੁਧ ਪਹੁੰਚੀ। ਖਾਲਸਾ ਜੀ ਉਧਰ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਇਹ ਖਬਰ ਪਹੁੰਚੀ, ਉੱਥੇ ਵੀ ਸੁਨੇਹਾ ਪਹੁੰਚ ਗਿਆ। ਗੁਰ ਅਰਜਨ ਕੇ ਪੁੱਤਰ ਪ੍ਰਕਾਸ਼। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਮਹਿਲਾਂ 'ਚ ਪੁੱਤਰ ਨੇ ਅਵਤਾਰ ਧਾਰਿਆ। ਸੁੰਦਰ ਬਸਤਰ ਵਿਭੂਖਨ ਪਹਿਰੇ। ਕਹਿੰਦੇ ਅੰਮ੍ਰਿਤਸਰ ਸਾਹਿਬ ਤੋਂ ਹੁਣ ਜਿਹੜੇ ਸਿੱਖ ਸੀ, ਚਾਅ ਚੜ ਗਿਆ ਸੰਗਤ ਨੂੰ, ਬੜੇ ਬੜੇ ਸੋਹਣੇ ਆਭੂਸ਼ਣ ਬਸਤਰ ਸਰੀਰਾਂ ਤੇ ਧਾਰਨ ਕਰਕੇ। ਨਰ ਨਾਰਿਨ ਤਜ ਆਪਣੇ ਆਵਾਸ। ਅਨੇਕਾਂ ਨਰ ਨਾਰੀਆਂ ਆਪੋ ਆਪਣੇ ਘਰ ਛੱਡ ਕੇ ਛੇਤੀ ਨਾਲ ਵਡਾਲੀ ਆਉਣ ਲੱਗੇ। ਪੇਟ ਜਥੋ ਚਿਤ ਲੈ ਸਭ ਗਮਨੇ। ਸਭ ਨੇ ਜਥਾ ਉਚਿਤ ਭੇਟਾਵਾਂ ਲਈਆਂ ਮਹਾਰਾਜ ਜੀ ਨੂੰ ਭੇਟਾ ਕਰਨ ਵਾਸਤੇ। ਚਿਤ ਸਚੌਂਪ ਉਰ ਧਰੇ ਹੁਲਾਸ। ਸਭ ਦੇ ਚਿੱਤ 'ਚ ਚਾਅ ਹੈ ਤੇ ਸਭ ਦੇ ਹਿਰਦਿਆਂ 'ਚ ਵੱਡਾ ਭਾਰੀ ਹੁਲਾਸ ਤੇ ਖੁਸ਼ੀ ਹੈ। ਗ੍ਰਾਮ ਵਡਾਲੀ ਧਾਮ ਗੁਰੂ ਕੇ। ਵਡਾਲੀ ਗ੍ਰਾਮ ਵਿਖੇ ਜਿੱਥੇ ਮਹਾਰਾਜ ਜੀ ਦੇ ਮਹਿਲ ਨੇ, ਉੱਥੇ ਆਈਆਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ। ਆਨ ਪ੍ਰਵੇਸ਼ੇ ਉਤਸਵ ਹੋਤ। ਆਨ ਕੇ ਮਹਾਰਾਜ ਜੀ ਦੇ ਮਹਿਲਾਂ 'ਚ ਪ੍ਰਵੇਸ਼ ਕੀਤਾ, ਬੜਾ ਉਤਸਵ, ਬੜੀ ਖੁਸ਼ੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਆ ਖਾਲਸਾ ਜੀ ਹੁਣ ਵੀ ਜਦੋਂ ਮਹਾਰਾਜ 6ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਨਾ, ਅੰਮ੍ਰਿਤਸਰ ਸਾਹਿਬ ਤੋਂ ਬੇਅੰਤ ਸੰਗਤਾਂ ਵਡਾਲੀ ਹਾਜ਼ਰੀ ਭਰਦੀਆਂ। ਮਹਾਰਾਜ 5ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਦੀ ਇਹ ਮਰਿਆਦਾ ਉਦੋਂ ਦੀ ਚੱਲਦੀ ਆਉਂਦੀ। ਕਹਿੰਦੇ ਬੇਅੰਤ ਗੁਰੂ ਕੇ ਸਿੱਖ ਸੰਗਤਾਂ ਜਿੰਨੀਆਂ ਅੰਮ੍ਰਿਤਸਰ ਸਾਹਿਬ ਦੇ ਸਿੱਖ ਸੀ, ਸਭ ਮਹਾਰਾਜ ਜੀ ਦੇ ਮਹਿਲਾਂ 'ਚ ਵਡਾਲੀ ਆਏ ਹਨ। ਪੰਨਤ ਬਧਾਈ ਅਰਪ ਉਪਾਇਨ। ਆਉਂਦੇ ਮਹਾਰਾਜ ਜੀ ਦੇ ਦਰਬਾਰਾਂ 'ਚ ਦੂਰੋਂ ਹੀ ਵਧਾਈਆਂ ਦਿੰਦੇ, ਨਾਲੇ ਸੀਸ ਝੁਕਾਉਂਦੇ, ਵਧਾਈਆਂ ਹੋਵਣ ਮਹਾਰਾਜ 5ਵੇਂ ਪਾਤਸ਼ਾਹ, ਵਧਾਈਆਂ ਹੋਵਣ, ਵਧਾਈਆਂ ਹੋਵਣ। ਏਦਾਂ ਵਧਾਈਆਂ ਦਿੰਦੇ ਆਉਂਦੇ ਹਨ। ਪਾਇਨ ਪਰੇ ਆਨੰਦ ਉਦੋਤ। ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਦੇ, ਭਟਾਵਾਂ ਅਰਪਣ ਕਰਕੇ ਆਨੰਦਿਤ ਹੁੰਦੇ ਹਨ। ਅਧਿਕ ਜਤਨ ਤੇ ਨੰਦਨ ਉਪਜਿਓ। ਮਹਾਰਾਜ ਅਨਕ ਯਤਨਾਂ ਸਹਿਤ ਬੜੇ ਲੰਮੇ ਸਮੇਂ ਤੋਂ ਉਡੀਕ ਸੀ, ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ ਹੈ। ਚਿਰ ਜੀਵੀ ਹੋਏ ਸ੍ਰੀ ਗੁਰ ਜੋਤ। ਮਹਾਰਾਜ ਜੀ ਇਹਨਾਂ ਅੰਦਰ ਆਪ ਜੀ ਦੀ ਜੋਤ ਬਿਰਾਜਣੀ ਹੈ। ਚਿਰੰਜੀਵੀ ਹੋਵਣ, ਲੰਮੀਆਂ ਉਮਰਾਂ ਹੋਵਣ। ਜਾਤ ਸੁਤ ਚਿਤ ਚਿੰਤ ਉਦਤ ਵਤ। ਇਹਦੇ ਮਨ ਦੇ ਵਿੱਚ ਚਾਹਨਾ ਸੀ, ਸਾਡੇ ਸਾਰਿਆਂ ਦੇ ਵੱਡੀ ਭਾਰੀ ਚਿੰਤਾ ਸੀ, ਮਹਾਰਾਜ ਜੀ ਦੇ ਘਰ ਕਦੋਂ ਸਾਹਿਬਜ਼ਾਦੇ ਦਾ ਅਵਤਾਰ ਹੋਵੇਗਾ। ਅਸ ਗੰਗਾ ਤਿਸ ਕੇ ਏ ਪੋਤ। ਮਾਤਾ ਗੰਗਾ ਜੀ ਬੜੀ ਚਿੰਤਾ 'ਚ ਰਹਿੰਦੇ ਸਨ ਤੇ ਚਿੰਤਾ ਦੇ ਉਦਤ ਦੇ ਵਿੱਚ ਮਾਨੋ ਜਿਵੇਂ ਡੁੱਬਦੇ ਜਾਂਦੇ ਸੀ। ਗੁਰੂ ਹਰਗੋਬਿੰਦ ਸਾਹਿਬ ਜਹਾਜ਼ ਬਣ ਕੇ ਆ ਗਏ ਹਨ। ਮਾਂ ਗੰਗਾ ਨੂੰ ਉਸ ਚਿੰਤਾ ਦੇ ਸਮੁੰਦਰ ਤੋਂ ਤਾਰ ਦਿੱਤਾ ਹੈ। ਰਾਮਦਾਸਪੁਰ ਕੀ ਸਭ ਨਾਰੀ। ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਨਗਰ ਦੀਆਂ ਜਿੰਨੀਆਂ ਇਸਤਰੀਆਂ ਜਿਹੜੀਆਂ ਮਾਤਾ ਗੰਗਾ ਜੀ ਨਾਲ ਬੜਾ ਸਨੇਹ ਰੱਖਦੀਆਂ ਸਨ, ਉਹ ਸਭ ਆਈਆਂ ਹਨ। ਮਿਲ ਬਾਲਕ ਅਵਲੋਕਨ ਚਾਏ। ਉਹ ਮਿਲ ਕੇ ਆਈਆਂ, ਸਭ ਚਾਹੁੰਦੀਆਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ। ਇਸ ਘਰ ਕੇ ਦਰ ਪਰ ਹੋਏ ਠਾਂਡੀ। ਜਿਹੜੇ ਮਹਿਲ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਨਾ, ਜਿਹੜੇ ਘਰ ਕਮਰੇ ਵਿੱਚ, ਉਹ ਦਰਵਾਜ਼ੇ ਦੇ ਸਾਹਮਣੇ ਆ ਕੇ ਭੀੜ ਲਾ ਲਈ ਉਹਨਾਂ ਸਾਰੀਆਂ ਇਸਤਰੀਆਂ ਨੇ ਜਿਹੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਈਆਂ, ਮਾਤਾ ਜੀ ਨਾਲ ਸਨੇਹ ਕਰਦੀਆਂ, ਮਾਤਾ ਜੀ ਦੀਆਂ ਸਖੀਆਂ ਸੀ, ਸਹੇਲੀਆਂ ਸੀ, ਨਾਲ ਰਹਿੰਦੀਆਂ ਕਈ ਵਰਿਆਂ ਤੋਂ, ਉਹ ਆਈਆਂ ਬੜੇ ਮਾਣ ਨਾਲ। ਨਮੋ ਕੀਨ ਉਰਬੋ ਉਤਸ਼ਾਹ। ਪਹਿਲਾਂ ਉਸ ਦਰਵਾਜ਼ੇ ਦੇ ਉੱਤੇ ਬਾਹਰੋਂ ਹੀ ਮੱਥਾ ਟੇਕਿਆ, ਨਮਸਕਾਰ ਕੀਤੀ ਆ। ਧੰਨ ਹੈ ਇਹ ਥਾਂ ਜਿੱਥੇ ਮੇਰੀ ਪੀਰੀ ਦੇ ਮਾਲਕ ਨੇ ਪ੍ਰਕਾਸ਼ ਧਾਰਨ ਕੀਤਾ। ਨਮਸਕਾਰ ਕੀਤੀ ਤੇ ਬੜੀ ਖੁਸ਼ੀ ਆ ਸਭ ਅੰਦਰ। ਸਾਹਿਬਜ਼ਾਦੇ ਕੋ ਸ਼ੁਭ ਦਰਸ਼ਨ। ਸਾਹਿਬਜ਼ਾਦੇ ਦੇ ਸ਼ੁਭ ਦਰਸ਼ਨ ਦਿਖਰਾਵੋ ਕੈ ਪ੍ਰੇਮ ਉਮਾਹੇ। ਆਵਾਜ਼ ਮਾਰ ਕੇ ਕਹਿੰਦੀਆਂ, ਮਾਂ ਗੰਗਾ ਜੀ ਸਾਨੂੰ ਵੀ ਸਾਹਿਬਜ਼ਾਦੇ ਦੇ ਦਰਸ਼ਨ ਕਰਾਓ।
ਲਾਡਲੇ ਦੇ ਦੁਲਾਰੇ ਦੇ ਦਰਸ਼ਨ ਕਰਾਓ। ਤਾਏ ਲਿਓ ਸਿਸ ਦੋਨੋਂ ਕਰ ਪਰ। ਕਹਿੰਦੇ ਜਿਹੜੀ ਦਾਸੀ ਸੀ ਮਾਤਾ ਗੰਗਾ ਜੀ ਦੀ, ਉਹਨੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਦੋਨਾਂ ਹੱਥਾਂ ਦੇ ਉੱਤੇ ਚੁੱਕਿਆ ਦੇਖ ਦੇਖ ਕਰ ਬਲ ਬਲ ਜਾਏ। ਤੇ ਉਹਨੇ ਏਦਾਂ ਸਾਹਮਣੇ ਸਾਰੀਆਂ ਇਸਤਰੀਆਂ ਨੂੰ ਦਰਸ਼ਨ ਕਰਾਏ। ਕੱਲੇ ਹਾਰਿਆ ਕੇ ਚਾਹੁੰਦੀਆਂ ਸਾਰੀਆਂ ਸੀ ਵੀ ਗੋਦ 'ਚ ਲਈਏ, ਪਰ ਹਾਲੇ ਬਿਲਕੁਲ ਛੋਟੇ ਹਨ। ਇਸ ਕਰਕੇ ਦਾਸੀ ਨੇ ਆਖਿਆ ਏਦਾਂ ਦਰਸ਼ਨ ਕਰ ਲੋ, ਕੱਲੇ ਕੱਲੇ ਨੂੰ ਨਹੀਂ ਫੜਾਣਾ। ਹਾਲੇ ਬਾਲ ਰੂਪ ਵਿੱਚ ਨੇ, ਛੋਟੇ ਹਨ, ਹਾਲੇ ਕੁਝ ਸਮਾਂ ਪਹਿਲਾਂ ਹੀ ਤਾਂ ਇਹਨਾਂ ਦਾ ਪ੍ਰਕਾਸ਼ ਹੋਇਆ। ਕਹਿੰਦੇ ਏਦਾਂ ਦਰਸ਼ਨ ਕਰਾਉਂਦੀ ਆ ਉਹ ਦਾਸੀ। ਦੇਖ ਦੇਖ ਕਰ ਬਲ ਬਲ ਜਾਏ। ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਉਹ ਜਿੰਨੀਆਂ ਇਸਤਰੀਆਂ ਆਈਆਂ ਨੇ ਨਾ, ਵਡਾਲੀ ਦੀਆਂ ਵੀ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵੀ ਨੇ, ਹੋਰ ਕਈ ਨਗਰਾਂ ਤੋਂ, ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਬਲਿਹਾਰ ਜਾਂਦੀਆਂ ਬਾਲ ਰੂਪ ਦੇ। ਸਭ ਨਾਰਨ ਸੋ ਗੰਗ ਉਚਰਾਰਤ। ਤੇ ਮਾਤਾ ਗੰਗਾ ਜੀ ਵੀ ਕੋਲ ਨੇ, ਬੋਲੇ ਹਨ, ਹੇ ਪ੍ਰਿਯ ਸਖੀ ਸੁਨੋ ਮਨ ਲਾਏ। ਕਹਿਣ ਲੱਗੇ, ਹੇ ਪਿਆਰੀ ਸਖੀਓ ਸੁਣੋ ਮਨ ਲਾ ਕੇ। ਮਾਤਾ ਗੰਗਾ ਜੀ ਕਹਿੰਦੇ, ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਆਈਆਂ ਨੇ ਨਾ ਇਸਤਰੀਆਂ, ਉਹਨਾਂ ਨੂੰ ਕਹਿੰਦੇ ਮਾਤਾ ਗੰਗਾ ਜੀ, ਐ ਸਖੀਓ ਸੁਣੋ ਮਨ ਲਾ ਕੇ। ਬੁੱਢੇ ਸਾਹਿਬ ਦੇ ਹਮਕੋ ਬਰ ਕਰਿਓ। ਮਾਤਾ ਜੀ ਕਹਿਣ ਲੱਗੇ, ਸਖੀਓ ਇਹ ਦਾਤ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨਾਲ ਪ੍ਰਾਪਤ ਹੋਈ ਆ, ਮਹਾਂਪੁਰਖਾਂ ਦੇ ਬਚਨਾਂ ਨਾਲ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਸਨ, ਉਹਨਾਂ ਦੇ ਬਚਨਾਂ ਨਾਲ ਮੈਨੂੰ ਇਹ ਦਾਤ ਮਿਲੀ ਹੈ। ਕਰਿਓ ਨਿਹਾਲ ਭਇਓ ਸੁਖਦਾਏ। ਮੈਂ ਨਿਹਾਲ ਹੋ ਗਈ ਆ, ਮੈਨੂੰ ਇਹ ਸੁਖਦਾਈ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ। ਕੁਲ ਪੂਖਨ ਸਭ ਘਰ ਕੋ ਦੀਪਕ। ਇਹ ਕੁਲ ਦੇ ਭੂਸ਼ਣ ਨੇ ਸੋਢੀਆਂ ਦੀ, ਔਰ ਘਰ ਦੇ ਦੀਵੇ ਹਨ। ਸੁੰਦਰ ਸੁਤ ਐਸੋ ਅਬ ਪਾਏ। ਕਹਿੰਦੇ ਐਸਾ ਸੁੰਦਰ ਪੁੱਤਰ ਮੈਨੂੰ ਹੁਣ ਪ੍ਰਾਪਤ ਹੋਇਆ ਹੈ। ਇਹ ਸਜਣੀ ਇਸ ਰਜਨੀ ਉਪਰ। ਐ ਸਖੀਏ ਆ ਜਿਹੜੀ ਰਜਨੀ ਕਹੀਏ ਰਾਤ, ਜਿਸ ਰਾਤ ਵਿੱਚ ਇਸ ਬਾਲਕ ਨੇ ਮੇਰੇ ਘਰ ਜਨਮ ਲਿਆ, ਉਮਗ ਉਮਗ ਮਨ ਬਲ ਬਲ ਜਾਏ। ਮੈਂ ਇਸ ਰਾਤ ਤੋਂ ਬਲਿਹਾਰ ਜਾਵਾਂ, ਇਸ ਰੈਣ ਤੋਂ ਬਲਿਹਾਰ ਜਾਵਾਂ, ਕਿ ਇਸ ਰੈਣ ਵਿੱਚ ਮੇਰੇ ਐਸੇ ਸਾਹਿਬ ਨੇ ਮੇਰੇ ਘਰ ਅਵਤਾਰ ਧਾਰਨ ਕੀਤਾ। ਮੈਂ ਇਸ ਰੈਣ ਤੋਂ, ਇਸ ਰਜਨੀ ਨਾਮ ਹੁੰਦਾ ਰਾਤ ਦਾ, ਮੈਂ ਇਸ ਰਾਤ ਤੋਂ ਬਲਿਹਾਰ ਜਾਵਾਂ, ਵਾਰੇ ਜਾਵਾਂ। ਕਰ ਦਰਸ਼ਨ ਸੁੰਦਰ ਸਿਸਕੇਰਾ। ਕਹਿੰਦੇ ਇਸ ਸੁੰਦਰ ਬਾਲਕ ਦੇ ਦਰਸ਼ਨ ਕਰਕੇ ਅਧਿਕ ਸਰਾਹਤ ਰੂਪ ਵਿਸਾਲ। ਉਹ ਜਿੰਨੀਆਂ ਇਸਤਰੀਆਂ ਨੇ ਸਲਾਘਾ ਕਰਦੀਆਂ, ਕਹਿੰਦੇ ਕਿਤਨੇ ਸੁੰਦਰ ਨੇ ਮਹਾਰਾਜ ਛੇਵੇਂ ਪਾਤਸ਼ਾਹ, ਕਿਤਨਾ ਸੋਹਣਾ ਸਵਰੂਪ ਹੈ ਇਸ ਬਾਲਕ ਦਾ। ਬ੍ਰਿਧ ਕੇ ਬਰ ਤੇ ਬ੍ਰਿਧ ਹੋਏ ਬੈ। ਕਹਿੰਦੇ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨਾਲ ਇਸ ਬਾਲਕ ਦੀ ਲੰਮੀ ਉਮਰ ਹੋਵੇ। ਆਸ਼ਿਕ ਦੇਤ ਪ੍ਰੇਮ ਕੇ ਨਾਲ। ਤਾਂ ਇਸਤਰੀਆਂ ਬੜੇ ਪ੍ਰੇਮ ਨਾਲ ਅਸੀਸਾਂ ਦਿੰਦੀਆਂ ਹਨ। ਗੁਰੂ ਦੇਗ ਕੋ ਭੋਜਨ ਅਚ ਸਭ। ਇੰਨੇ ਨੂੰ ਇੱਧਰ ਲੰਗਰ ਤਿਆਰ ਸੀ, ਗੁਰੂ ਲੰਗਰਾਂ 'ਚ ਸਭ ਨੇ ਲੰਗਰ ਛਕੇ। ਰਾਮਦਾਸਪੁਰ ਕੇ ਮਗ ਚਾਲ। ਜਿੰਨੀਆਂ ਇਸਤਰੀਆਂ ਸਨ, ਪੁਰਖ ਸਨ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ, ਵਾਪਸ ਪਰਤ ਗਏ। ਸੁਜਸ ਪਰਸ ਪਰ ਉਚਰਤ ਹਿਤ ਧਰ। ਆਪਸ ਵਿੱਚ ਸੁਜਸ ਕਰਦੇ ਜਾਂਦੇ, ਮਹਾਰਾਜ ਜੀ ਦੀ ਵਡਿਆਈ ਕਰਦੇ ਜਾਂਦੇ ਬੜੇ ਪ੍ਰੇਮ ਨਾਲ। ਪਹੁੰਚੇ ਸਦਨ ਨਾਰ ਨਰ ਜਾਲ। ਨਰ ਨਾਰੀਆਂ ਸਭ ਆਪੋ ਆਪਣੇ ਘਰਾਂ 'ਚ ਪਹੁੰਚ ਗਏ। ਪੁਨ ਸ਼੍ਰੀ ਗੁਰ ਸੰਗ ਬੁੱਢਾ ਬੋਲਿਓ। ਇਧਰ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਬਾਲਕ ਦਰਸ਼ਨ ਦਿਓ ਦਿਖਰਾਏ। ਮਹਾਰਾਜ ਸਭ ਨੇ ਦਰਸ਼ਨ ਕੀਤੇ ਹਨ, ਬਾਲ ਰੂਪ ਸ਼੍ਰੀ ਹਰਗੋਬਿੰਦ ਸਾਹਿਬ ਦੇ ਸਾਨੂੰ ਵੀ ਦਰਸ਼ਨ ਕਰਾਓ। ਬਾਬਾ ਬੁੱਢਾ ਸਾਹਿਬ ਕਹਿੰਦੇ, ਮਹਾਰਾਜ ਸਾਨੂੰ ਵੀ ਦਰਸ਼ਨ ਕਰਾਓ। ਮੈਦ ਲਾਲਸਾ ਮਨ ਮੈਂ ਮੇਰੇ ਮਨ 'ਚ ਵੀ ਬੜੀ ਲਾਲਸਾ, ਮੈਂ ਛੇਵੇਂ ਸਾਹਿਬ ਦੇ ਦਰਸ਼ਨ ਕਰਾਂ, ਛੇਵੇਂ ਪਾਤਸ਼ਾਹ ਦੇ ਦੀਦਾਰ ਕਰਾਂ। ਮਾਤ ਗਰਭ ਤੇ ਪਾਚਿਤ ਚਾਏ। ਮਹਾਰਾਜ ਜੀ ਮੈਨੂੰ ਤਾਂ ਉਸ ਦਿਨ ਦੀ ਦਰਸ਼ਨਾਂ ਦੀ ਕਾਂਖਾ ਲੱਗੀ ਹੋਈ ਹੈ, ਜਿਸ ਦਿਨ ਤੋਂ ਇਹ ਮਾਤਾ ਜੀ ਦੇ ਉਦਰ ਵਿੱਚ ਆਏ ਸਨ। ਉਸ ਦਿਨ ਤੋਂ ਹੀ ਮੇਰੇ ਮਨ 'ਚ ਕਾਂਖਾ ਸੀ ਵੀ ਕਦੋਂ ਇਹਨਾਂ ਦਾ ਜਨਮ ਹੋਵੇ ਤੇ ਮੈਂ ਦਰਸ਼ਨ ਕਰਾਂ। ਜਿਨ ਕੇ ਕਾਰਨ ਭਏ ਸ਼ੁਗਨ ਸ਼ੁਭ। ਜਿਨ੍ਹਾਂ ਦੇ ਕਾਰਨ ਇਹ ਸਾਰੇ ਸ਼ੁਭ ਸ਼ਗਨ ਹੋਏ ਨੇ। ਪਿਖੇ ਅਚਾਨਕ ਮੈਂ ਬਿਸਮਾਏ। ਮੈਂ ਬੜਾ ਅਚਰਜ ਹੋਇਆ ਸੀ ਇਹ ਸਭ ਕੁਝ ਵੇਖ ਕੇ। ਜਿਸ ਇਤ ਜਨਨੀ ਭਈ ਨਮਰਤਾ। ਜਿਨ੍ਹਾਂ ਵਾਸਤੇ ਮਾਤਾ ਨੇ ਇੰਨੀ ਘਾਲਣਾ ਕਾਲੀ, ਓ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਿਰ ਤੇ ਵੱਡੀ ਚਾਟੀ ਲੱਸੀ ਦੀ ਭਰ ਕੇ ਪ੍ਰਸ਼ਾਦਾ ਲਿਆਏ ਸਨ, ਜਿਨ੍ਹਾਂ ਵਾਸਤੇ ਇੰਨੀ ਘਾਲਣਾ ਕਾਲੀ ਸੀ ਮਾਂ ਗੰਗਾ ਨੇ,
ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ। ਅਨਿਕ ਜਤਨ ਤੇ ਅਬ ਸੁਤ ਪਾਏ। ਅਨੇਕ ਯਤਨਾਂ ਨਾਲ ਐਸਾ ਪੁੱਤਰ ਪ੍ਰਾਪਤ ਹੋਇਆ ਹੈ। ਸ਼੍ਰੀ ਅਰਜਨ ਕਹਿ ਧਾਏ ਹਕਾਰੀ। ਮਹਾਰਾਜ ਜੀ ਨੇ ਉਸੇ ਵੇਲੇ ਦਾਸੀ ਨੂੰ ਮਹਿਲਾਂ ਚੋਂ ਸੱਦਿਆ। ਲਿਓ ਬ੍ਰਿਧ ਕੋ ਸੰਗ ਸਿਧਾਰ। ਦਾਸੀ ਨੂੰ ਆਖਿਆ ਜਾਓ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਿਲਾਂ 'ਚ ਲੈ ਕੇ ਜਾਓ ਅੰਤਰ ਸਦਨ ਦਿਖਾਵੋ ਬਾਰਿਕ। ਔਰ ਮਹਿਲਾਂ 'ਚ ਜਾ ਕੇ ਬਾਲਕ ਦੇ ਦਰਸ਼ਨ ਕਰਾਓ। ਗੁਰ ਨਾਨਕ ਕੋ ਨਾਮ ਉਚਾਰ। ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਉਚਾਰ ਕੇ ਅਪਰ ਨ ਡਰ ਕਰੀਏ ਹਰ ਖਾਵੋ। ਕਹਿੰਦੇ ਖੇੜੇ 'ਚ ਰਹਿਣਾ ਕੋਈ ਭੈ ਨਹੀਂ ਮੰਨਣਾ। ਬਾਬਾ ਬੁੱਢਾ ਸਾਹਿਬ ਜੀ ਆਏ ਹਨ। ਰਚਕ ਜਿਸ ਕੇ ਸ਼੍ਰੀ ਕਰਤਾਰ। ਇਸ ਬਾਲਕ ਦੀ ਰੱਖਿਆ ਕਰਨ ਵਾਲੇ ਕਰਤਾਰ ਜੀ ਅਕਾਲ ਪੁਰਖ ਜੀ ਆਪ ਹਨ। ਜਿਮ ਉਰ ਕਾਂਕੇ ਮੁਕਤੇ ਪਾਖੇ। ਜਿਵੇਂ ਬਾਬਾ ਜੀ ਕਹਿਣ ਜਿਵੇਂ ਇਹਨਾਂ ਦਾ ਹੁਕਮ ਹੋਵੇ ਤੁਸੀਂ ਸਤ ਬਚਨ ਕਰਕੇ ਸਭ ਨੇ ਪਾਲਣਾ ਹੈ। ਰਹੁ ਇਸ ਆਗਿਆ ਕੇ ਅਨੁਸਾਰ। ਬਾਬਾ ਬੁੱਢਾ ਸਾਹਿਬ ਦੀ ਆਗਿਆ ਦੇ ਅਨੁਸਾਰ ਚੱਲਣਾ। ਮਹਿਲਾਂ 'ਚ ਇਹਨਾਂ ਨੂੰ ਲੈ ਜਾਓ ਜਿਵੇਂ ਹੁਕਮ ਕਰਨ ਜੋ ਫਰਮਾਉਣ ਤੁਸੀਂ ਸਤ ਬਚਨ ਕਹਿ ਕੇ ਉਹੀ ਸੇਵਾ ਕਰਨੀ ਹੈ। ਸੁਨ ਬ੍ਰਿਧ ਕੋਲੇ ਸੰਗ ਸਿਧਾਰੀ। ਉਹ ਦਾਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਮਹਿਲਾਂ 'ਚ ਗਈ। ਅਜਰ ਬਿਠਾਇਓ ਆਸਨ ਡਾਰ। ਬਿਸਤਰਾ ਵਿਛਾ ਕੇ ਪਲੰਗਾ ਢਾ ਕੇ ਬਾਬਾ ਜੀ ਨੂੰ ਬੜੇ ਸਤਿਕਾਰ ਨਾਲ ਮਹਿਲਾਂ 'ਚ ਬਿਠਾਇਆ। ਗੰਗਾ ਕੋ ਗੁਰ ਹੁਕਮ ਸੁਨਾਇਓ। ਤੇ ਜਾ ਕੇ ਮਾਤਾ ਗੰਗਾ ਜੀ ਨੂੰ ਗੁਰੂ ਸਾਹਿਬ ਦਾ ਹੁਕਮ ਸੁਣਾਇਆ ਦਾਸੀ ਨੇ ਕਿ ਬਾਲਕ ਦੇ ਦਰਸ਼ਨ ਕਰਾਉਣੇ ਹਨ ਬਾਬਾ ਬੁੱਢਾ ਸਾਹਿਬ ਜੀ ਨੂੰ। ਹਰਖ ਤੋਏ ਕਰ ਲਿਓ ਕਰ ਧਾਰ। ਬੜੀ ਖੁਸ਼ੀ ਨਾਲ ਮਾਤਾ ਗੰਗਾ ਜੀ ਉਹਨਾਂ ਨੇ ਬਾਲਕ ਨੂੰ ਦਾਸੀ ਨੂੰ ਪਕੜਾਇਆ। ਬਾਲਕ ਤਿਨ ਕੋ ਮੈਂ ਨਿਤ ਦਾਸੀ। ਕਹਿਣ ਲੱਗੀ ਇਹ ਬਾਲਕ ਹੈ ਹੀ ਉਹਨਾਂ ਦਾ, ਮੈਂ ਤਾਂ ਉਹਨਾਂ ਦੇ ਚਰਨਾਂ ਦੀ ਦਾਸੀ ਹਾਂ। ਇਹ ਬਾਲਕ ਤਾਂ ਹੈ ਹੀ ਉਹਨਾਂ ਦੇ ਬਚਨਾਂ ਨਾਲ ਆਏ ਹਨ, ਉਹਨਾਂ ਦਾ ਹੀ ਹੈ। ਕਹੇ ਸੋ ਕਰੋ ਬਿਹੀਨ ਵਿਚਾਰ। ਜਿਵੇਂ ਕਹਿਣ ਤਿਵੇਂ ਕਰੋ ਬਿਨਾਂ ਦੇਰੀ ਤੋਂ। ਬੁੱਢੇ ਸਾਹਿਬ ਕੋ ਹਮ ਤੇ ਪ੍ਰਿਯ। ਕਹਿੰਦੇ ਸਾਡੇ ਤੋਂ ਪਿਆਰੇ ਹਨ ਇਹ ਬਾਬਾ ਬੁੱਢਾ ਸਾਹਿਬ ਜੀ ਨੂੰ। ਕਹਿੰਦੇ ਮੈਨੂੰ ਇਹ ਉਹਨਾਂ ਪਿਆਰਾ ਨਹੀਂ ਜਿੰਨਾ ਪਿਆਰਾ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਹਨ। ਹਾਂਜੀ ਦਰਸੇ ਨਿਜ ਕਰੁਣਾ ਫਲ ਚਾਰੂ। ਤੇ ਉਹ ਦਰਸ਼ਨ ਕਰ ਲੈਣ ਤੇ ਆਪਣੀ ਕਰੁਣਾ ਕਰਨ। ਹਾਥਨ ਪਰ ਥਿਤ ਕਰ ਸੁੰਦਰ ਸਿਸ। ਕਹਿੰਦੇ ਹੱਥਾਂ ਦੇ ਉੱਤੇ ਉਸ ਸੋਹਣੇ ਬਾਲਕ ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈ ਕੇ ਘਰ ਕੇ ਦਰ ਲੋ ਲਿਆਈ ਧਾਏ। ਕਮਰੇ ਚੋਂ ਬਾਹਰ ਜਿੱਥੇ ਵਿਹੜੇ 'ਚ ਬਾਬਾ ਜੀ ਦਾ ਆਸਣ ਲਾਇਆ ਸੀ ਉੱਥੇ ਲੈ ਕੇ ਆਈ ਦਾਸੀ। ਦੇਖਤ ਉਠਿਓ ਤਿਆਗ ਬ੍ਰਿਧ ਆਸਨ। ਬਾਬਾ ਜੀ ਨੇ ਜਦੋਂ ਵੇਖਿਆ ਨਾ ਵੀ ਬਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਬਾਬਾ ਬੁੱਢਾ ਸਾਹਿਬ ਜੀ ਆਸਣ ਤੋਂ ਉੱਠ ਕੇ ਖਲੋਤੇ ਹਨ। ਦੀਰਘ ਦਰਸ਼ਨ ਦਿਖ ਹਰ ਖਾਏ। ਮਹਾਨ ਦੀਰਘ ਦਰਸ਼ਨ ਪ੍ਰਤਾਪੀ ਦਰਸ਼ਨ ਦੇ ਕਰਕੇ ਛੇਵੇਂ ਪਾਤਸ਼ਾਹ ਦੇ ਬਾਬਾ ਜੀ ਬੜੇ ਹੀ ਖੁਸ਼ ਹੋਏ। ਲਾਲ ਮਿਰਦੁਲ ਪਦ ਮਨੋ ਕੋਕ ਨਦ। ਕਹਿੰਦੇ ਬਾਬਾ ਜੀ ਨੇ ਦਰਸ਼ਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਲਾਲ ਰੰਗ ਦੇ ਬੜੇ ਹੀ ਸੋਹਣੇ ਚਰਨ। ਮਹਾਰਾਜ ਨਿੱਕੇ ਨਿੱਕੇ ਚਰਨ ਛੇਵੇਂ ਪਾਤਸ਼ਾਹ ਦੇ ਲਾਲ ਰੰਗ ਦੇ ਕੋਕ ਨਦ ਹਨ। ਉਰਦੇ ਉਠਾਵਤ ਜਨ ਦਿਖਰਾਏ। ਇਹਦੇ ਚਰਨ ਨਾ ਏਦਾਂ ਮਹਾਰਾਜ ਜੀ ਉੱਪਰ ਨੂੰ ਚੁੱਕਦੇ ਮਾਨੋ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਚਰਨਾਂ ਦੇ ਦਰਸ਼ਨ ਕਰਾ ਰਹੇ ਹੋਣ। ਆਪਣੇ ਚਰਨ ਉੱਪਰ ਨੂੰ ਕਰਦੇ ਨੇ। ਬਾਬਾ ਜੀ ਦੀ ਵੀ ਭਾਵਨਾ ਸੀ ਕਿ ਚਰਨਾਂ ਦੇ ਦਰਸ਼ਨ ਹੋਵਣ। ਅੰਗ ਬਿਲੰਦ ਸਕਲ ਸ਼ੁਭ ਲਛਨ। ਬਾਬਾ ਜੀ ਨੇ ਵੇਖਿਆ ਮਹਾਰਾਜ ਜੀ ਨੂੰ ਗੋਦ 'ਚ ਲੈ ਕੇ। ਕਹਿੰਦੇ ਬੜੇ ਲੰਮੇ ਅੰਗ ਦੀਰਘ ਅੰਗ ਬਾਲ ਰੂਪ ਵਿੱਚ ਹੀ। ਆਮ ਬਾਲਕਾਂ ਵਾਲਾ ਸਰੀਰ ਨਹੀਂ ਆ ਮਹਾਰਾਜ ਜੀ ਦਾ। ਬੜੀਆਂ ਲੰਮੀਆਂ ਲੰਮੀਆਂ ਬਾਹਾਂ ਸਰੀਰ ਦੇ ਅੰਗ ਜਿਹੜੇ ਨੇ ਖੁੱਲੇ ਨਜ਼ਰ ਆਉਂਦੇ ਨੇ। ਮੱਛ ਆਕਾਰ ਰੇਖ ਕਰ ਪਾਏ। ਕਹਿੰਦੇ ਹੱਥਾਂ ਤੇ ਚਰਨਾਂ ਦੇ ਵਿੱਚ ਮਹਾਰਾਜ ਜੀ ਦੇ ਜਿਵੇਂ ਮੱਛ ਦੇ ਆਕਾਰ ਦੀਆਂ ਰੇਖਾਵਾਂ ਹੁੰਦੀਆਂ ਨੇ ਨਾ ਏਦਾਂ ਦੀਆਂ ਰੇਖਾਵਾਂ ਦਿਸਦੀਆਂ ਨੇ। ਰੇਖ ਛਤਰ ਕੀ ਦਾਹਨ ਕਰ ਮੈਂ। ਕਹਿੰਦੇ ਇੱਕ ਸੱਜੇ ਹੱਥ ਵਿੱਚ ਛਤਰ ਦੀ ਕਹਿੰਦੇ ਰੇਖਾ ਨਜ਼ਰ ਆਉਂਦੀ ਹੈ। ਚਮਰ ਰੇਖ ਸ਼ੋਭਤ ਹੈ ਬਾਮ। ਤੇ ਖੱਬੇ ਹੱਥ ਦੇ ਵਿੱਚ ਚਵਰ ਝੁੱਲਣ ਦੀ ਜਿਹੜੀ ਰੇਖਾ ਉਹ ਦਿਸਦੀ ਹੈ। ਨਖ ਗਨ ਰਕਤ ਸੁਮਿਲ ਸਭ ਅੰਗੁਰੀ। ਕਹਿੰਦੇ ਮਹਾਰਾਜ ਜੀ ਦੇ ਚਰਨਾਂ ਦੀਆਂ ਉਂਗਲੀਆਂ ਦੇ ਜਿਹੜੇ ਨੋਹ ਨੇ ਲਾਲ ਰੰਗ ਦੇ ਉਂਗਲੀਆਂ ਦੇ ਨਾਲ ਹੀ ਮਿਲੇ ਹੋਏ ਨੇ। ਬ੍ਰਤਲਾਕਾਰ ਬਦਨ ਐ ਬਾਮ। ਤੇ ਪਾਤਸ਼ਾਹ ਦਾ ਜਿਹੜਾ ਮੁਖੜਾ ਹੈ ਨਾ ਛੇਵੇਂ ਪਾਤਸ਼ਾਹ ਦਾ ਬ੍ਰਤਲਾਕਾਰ ਗੋਲ ਆਕਾਰ ਦਾ ਗੋਲ ਚਿਹਰਾ ਮਹਾਰਾਜ ਛੇਵੇਂ ਪਾਤਸ਼ਾਹ ਦਾ ਬੜਾ ਹੀ ਸੁੰਦਰ। ਰੁਚਿਰ ਚਿਕਰ ਮੇਚਕ ਲਗੂ ਚਿਰਕਵਨ। ਕਹਿੰਦੇ ਸੀਸ ਦੇ ਜਿਹੜੇ ਕੇਸ ਨੇ ਨਾ ਬੜੇ ਹੀ ਸੁੰਦਰ ਕਾਲੇ ਕੱਚ
ਚਿਕਨੇ ਚਿਕਨੇ ਜੇ ਕੇਸ, ਬੜੇ ਹੀ ਸੋਹਣੇ ਮਹਾਰਾਜ ਜੀ ਦੇ ਕੂਲੇ ਕੂਲੇ ਜੇ ਕੇਸ ਨੇ ਸੀਸ ਉੱਤੇ, ਵੱਡੇ ਬਿਲੋਚਨ ਬਰਨੀ ਬਾਮ, ਤੇ ਵੱਡੀਆਂ ਵੱਡੀਆਂ ਅੱਖਾਂ ਨੇ ਮਹਾਰਾਜ ਜੀ ਦੀਆਂ, ਟੇਢੀ ਝਿੰਮੀ ਕਰਕੇ ਵੇਖਦੇ, ਜਿਹੜੀ ਵਿੱਚ ਝਿੰਮੀ ਹੁੰਦੀ ਨਾ ਕਾਲੀ, ਉਹ ਟੇਢੀ ਕਰਕੇ ਵੇਖਦੇ, ਤੇ ਮੋਟੀਆਂ ਮੋਟੀਆਂ ਅੱਖਾਂ ਨੇ। ਭਾਈ ਗੁਰਦਾਸ ਸਾਹਿਬ ਨੇ ਲਿਖੀਆਂ ਨੇ ਮਹਾਰਾਜ ਛੇਵੇਂ ਪਾਤਸ਼ਾਹ ਦੀਆਂ ਅੱਖਾਂ। ਉਹ ਕਹਿੰਦੇ ਸੋਪਨ ਚਰਿਤਰ ਚਿੱਤਰ ਬਾਨਕ ਬਨੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਇਆਲ ਲਾਲ ਲੋਚਨ ਵਿਸਾਲ। ਲੋਚਨ ਵਿਸਾਲ, ਮੋਟੀਆਂ ਅੱਖਾਂ, ਵੱਡੀਆਂ ਅੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ, ਮੋਟੇ ਮੋਟੇ ਨੇਤਰ, ਐ ਨਹੀਂ ਨਿੱਕੀਆਂ ਨਿੱਕੀਆਂ ਚੁੰਨੀਆਂ ਜੀਆਂ, ਮੋਟੇ ਮੋਟੇ ਨੇਤਰ ਮਹਾਰਾਜ ਛੇਵੇਂ ਪਾਤਸ਼ਾਹ ਦੇ ਹਨ। ਬਾਲਕ ਬਪ ਬਿਰਾਜਿਤ ਸ਼੍ਰੀ ਪ੍ਰਭ, ਕਹਿੰਦੇ ਸ਼੍ਰੀ ਪ੍ਰਭੂ ਜੀ ਬਾਲਕ ਰੂਪ ਦੇ ਵਿੱਚ ਬਿਰਾਜਮਾਨ ਹਨ। ਬਰਨਤ ਬਾਨੀ ਬ੍ਰਹਮਾ ਬਾਮ, ਕਹਿੰਦੇ ਬ੍ਰਹਮਾ ਜੀ ਸਰਸਵਤੀ ਜੀ ਉਹ ਸਭ ਮਹਾਰਾਜ ਜੀ ਦੀ ਉਪਮਾ ਕਰਦੇ ਨੇ, ਉਹ ਬਾਲ ਰੂਪ ਧਾਰ ਕੇ ਆਏ ਹਨ। ਦੋਹਰਾ ਬੰਧਨ ਕਰ ਦਰਸੇ ਗੁਰੂ, ਬ੍ਰਿਧ ਕੇ ਬਦਿਓ ਆਨੰਦ। ਕਹਿੰਦੇ ਮੱਥਾ ਟੇਕਿਆ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ, ਬੰਦਨਾ ਕੀਤੀ ਤੇ ਬੜੇ ਹੀ ਖੁਸ਼ ਹੋਏ, ਹਿਰਦਾ ਬੜਾ ਹੀ ਆਨੰਦਿਤ ਹੋਇਆ। ਸਬਨ ਸੁਨਾਵਤ ਨਾਮ ਕੈ ਸ਼ੁਭ ਸ਼੍ਰੀ ਹਰਿ ਗੋਬਿੰਦ। ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਸੁਣਾਇਆ, ਸਭ ਨੂੰ ਆਖਿਆ ਇਹ ਸ਼੍ਰੀ ਹਰਗੋਬਿੰਦ ਸਾਹਿਬ ਹਨ। ਬਰ ਸ਼੍ਰੀ ਹਰਗੋਬਿੰਦ, ਇਹ ਸ੍ਰੇਸ਼ਟ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹਨ। ਗੁਰ ਅਰਜਨ ਟਿਗ ਆਏ ਕੈ ਆਇਸ ਲਈ ਹਰ ਖਾਏ। ਦਰਸ਼ਨ ਕਰਕੇ ਛੇਵੇਂ ਪਾਤਸ਼ਾਹ ਦੇ ਬਾਬਾ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਆਏ ਤੇ ਆ ਕੇ ਆਗਿਆ ਲਈ। ਨਿਜ ਥਲ ਗਮਨਿਓ ਬੀੜ ਕੋ ਸਤ ਨਾਮ ਲਿਵ ਲਾਏ। ਬਾਬਾ ਜੀ ਬਾਬਾ ਬੁੱਢਾ ਸਾਹਿਬ ਦੀ ਬੀੜ ਜਿੱਥੇ ਆਪ ਨਿਵਾਸ ਕਰਦੇ ਉੱਥੇ ਵਾਪਸ ਚਲੇ ਗਏ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਮਹਿਮਾ ਪਸਰ ਰਹੀ ਹੈ। ਉਧਰ ਕਰਮੋਂ ਤੇ ਪ੍ਰਿਥੀਏ ਨੂੰ ਵੀ ਖਬਰ ਮਿਲੀ, ਸਭ ਪਾਸੇ ਖੁਸ਼ੀ, ਪਰ ਇਹਨਾਂ ਦਾ ਹਿਰਦਾ ਸੜ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਾਧ ਸੰਗਤ ਜੀ ਬੇਨਤੀ ਹੈ, ਕੱਲ 12 ਤਰੀਕ ਨੂੰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਤਿਨਾਂ ਦਾ 200 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਆ ਰਿਹਾ ਹੈ। ਉਹਦੇ ਸੰਬੰਧ ਵਿੱਚ ਉਹਨਾਂ ਦਾ ਨਗਰ ਹੈ ਮੂਣਕ ਦੇ ਲਾਗੇ ਦੇਲਾ ਸਿੰਘਾਂ, ਜਿੱਥੇ ਬਾਬਾ ਫੂਲਾ ਸਿੰਘ ਜੀ ਨੇ ਜਨਮ ਲਿਆ, ਭਾਈ ਈਸ਼ਰ ਸਿੰਘ ਦੇ ਗ੍ਰਹਿ ਵਿਖੇ। ਉੱਥੋਂ ਇੱਕ ਨਗਰ ਕੀਰਤਨ ਸ਼ਹੀਦੀ ਮਾਰਚ ਆਰੰਭ ਹੋਣਾ ਹੈ, ਜੋ ਕੱਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤਕਰੀਬਨ 6 ਤੋਂ 7 ਵਜੇ ਦੇ ਵਿਚਕਾਰ ਪਹੁੰਚੇਗਾ। ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਦਰਸ਼ਨ ਕਰਨੇ ਹਨ। ਔਰ ਪਰਸੋਂ ਸਵੇਰੇ 8:30 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਨਗਰ ਕੀਰਤਨ ਦੀ ਇੱਥੋਂ ਦੀ ਰਵਾਨਗੀ ਹੋਵੇਗੀ, ਜਿਹੜਾ 16 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਸਮਾਪਤ ਹੋਵੇਗਾ। ਸੋ ਆਪ ਜੀ ਨੇ ਇਹਨਾਂ ਨਗਰ ਕੀਰਤਨਾਂ ਵਿੱਚ ਸ਼ਮੂਲੀਅਤ ਕਰਨੀ ਹੈ, ਹਾਜ਼ਰੀਆਂ ਭਰਨੀਆਂ ਹਨ। ਦੂਸਰੀ ਬੇਨਤੀ ਹੈ, ਗੁਰਦੁਆਰਾ ਖੇਲ ਸਾਹਿਬ 22 ਨੰਬਰ ਫਾਟਕ ਤੇ ਜੋ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਚੱਲ ਰਹੀ ਸੀ, ਕੱਲ ਸ਼ਾਮ ਨੂੰ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਦੀ ਉੱਥੇ ਸਮਾਪਤੀ ਹੋਵੇਗੀ। ਸਮਾਂ ਸ਼ਾਮ ਨੂੰ 4 ਤੋਂ 5:30 ਵਜੇ ਤੱਕ ਦਾ ਹੈ। ਆਪ ਜੀ ਨੇ ਸਮਾਪਤੀ ਦੇ ਸਮੇਂ ਕਥਾ ਦੀ ਸਮਾਪਤੀ ਦੇ ਯੱਗ ਵਿੱਚ ਵੀ ਹਾਜ਼ਰੀਆਂ ਭਰਨੀਆਂ ਹਨ ਔਰ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ 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 ਵਾਹਿਗੁਰੂ